ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਬੀਬਾ ਹਰਮਨਥਨ ਜੀ ਨਾਲ ਨੇ ਤੇ ਤੁਹਾਡਾ ਸਵਾਗਤ ਹੈ ਜੀ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ। ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਪਾਲਾ ਲੱਗਦਾ ਹੈ, ਪਾਲਾ ਸੱਚੀ ਲੱਗਦਾ ਹੈ ਨਾ। ਹੱਥ ਸੁੰਨ ਹੋਈ ਜਾਂਦੇ ਆ। ਹਾਂ, ਸੁੰਨ ਕਿਉਂ ਹੋਈ ਜਾਂਦੇ ਆ ਭਰਾਵੋ? ਇੱਥੇ ਠੰਡ ਆ। ਫੇਰ ਕਹਿ ਦੋ ਵੀ ਸਾਨੂੰ ਤਾਂ ਇੱਥੇ ਮੁੜਕਾ ਆਈ ਜਾਂਦਾ, ਇਹਨਾਂ ਨੂੰ ਠੰਡ ਸੱਚੀ ਲੱਗੀ ਕਹਿੰਦੀ ਜਾਂਦੀ ਆ। ਹੈ। ਪਹਿਲਾਂ ਤਾਂ ਮੈਨੂੰ ਬੜੀ ਹੈਰਾਨੀ ਹੋਈ ਸੀ ਇੱਥੇ ਆ ਕੇ ਵੀ ਜੂਨ ਚ ਕਿਹੜਾ ਪਾਲਾ ਪੈਂਦਾ ਹੁੰਦਾ ਹੈ ਨਾ। ਵੀ ਆਪਾਂ ਤਾਂ ਸ਼ੁਰੂ ਤੋਂ ਇਹੀ ਹੰਡਾਇਆ ਹੈ ਕਿ ਜੂਨ ਚ ਭਰ ਗਰਮੀ ਹੁੰਦੀ ਹੈ, ਮੁੜਕਾ ਚੋਂਦਾ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤਾਈਂ, ਹੈ ਨਾ। ਪਰ ਇੱਥੇ ਜਦੋਂ ਪਹਿਲਾਂ ਆਪਾਂ ਜਦੋਂ ਆਏ ਆ ਜਦੋਂ ਉਸ ਵੇਲੇ ਗਰਮੀਆਂ ਸੀ ਤੇ ਸੁਣਨ ਨੂੰ ਇਹ ਮਿਲਦਾ ਸੀ ਕਿ ਇੱਥੇ ਦੇਖਿਓ ਜੂਨ ਚ ਤਾਂ ਬੜੀ ਠੰਡ ਹੋਣੀ। ਬੜੀ ਮੈਨੂੰ ਬੜਾ ਅਜੀਬ ਜਿਹਾ ਲੱਗਣਾ ਵੀ ਜੂਨ ਚ ਕਿਵੇਂ ਠੰਡ ਹੋ ਸਕਦੀ, ਜੂਨ ਚ ਤਾਂ ਗਰਮੀ ਹੁੰਦੀ ਹੈ ਹਨਾ। ਪਰ ਹੁਣ ਜਦੋਂ ਇਹ ਹੰਡਾਉਣਾ ਪਿਆ, ਜਦੋਂ ਇਹ ਨਜ਼ਾਰਾ ਵੇਖਿਆ, ਫਿਰ ਪਤਾ ਲੱਗਿਆ ਵੀ ਨਹੀਂ, ਜੂਨ ਚ ਵੀ ਹੱਥ ਸੁੰਨ ਹੁੰਦੇ ਨੇ, ਜੂਨ ਚ ਵੀ ਪਾਲਾ ਲੱਗਦਾ ਹੈ, ਜੂਨ ਚ ਵੀ ਠੰਡੀਆਂ ਹਵਾਵਾਂ ਵਗਦੀਆਂ ਨੇ ਜਿਹੜੀਆਂ ਤੁਹਾਡੇ ਅੰਦਰੋਂ ਚੀਰ ਕੇ ਨਿਕਲਦੀਆਂ ਨੇ। ਬਿਲਕੁਲ ਸਹੀ ਗੱਲ ਹੈ। ਬਹੁਤ ਠੰਡ ਹੈ ਟਾਣਾ ਸਾਹਿਬ। ਠੰਡ ਲਗਾਤਾਰ ਵਧੀ ਜਾਂਦੀ ਆ ਜੀ। ਤੇ ਜਿਹੜੇ ਸਾਨੂੰ ਇੱਥੇ ਸਾਥੀ ਮਿਲਦੇ ਆ ਉਹ ਕਹਿੰਦੇ ਵੀ ਹਾਲੇ ਇਹ ਠੰਡ ਹੋਰ ਵਧਣੀ ਆ, ਇਹ ਹਾਲੇ ਰੁਕਣੀ ਤੇ ਮੁੱਕਣੀ ਨਹੀਂ ਜੀ। ਸੋ ਭਾਈ ਹਰ ਥਾਂ ਦੇ ਉੱਤੇ ਆਪਣਾ ਮੌਸਮ ਆ ਤੇ ਮੌਸਮ ਦਾ ਆਨੰਦ ਮਾਣਨਾ ਚਾਹੀਦਾ, ਜਿਵੇਂ ਅਸੀਂ ਹੁਣ ਭਾਰਤ ਦੇ ਵਿੱਚ ਜਾ ਕੇ ਮਾਣਾਂਗੇ ਤੇ ਜਿਵੇਂ ਇੱਥੇ ਸਾਰੇ ਜਾਣੇ ਆਪਾਂ ਤੁਸੀਂ ਮਾਣਦੇ ਹੋ। ਸੋ ਕੀ ਕਰ ਸਕਦੇ ਹਾਂ? ਭਾਰਤ ਚ ਜਾ ਕੇ ਮਾਣਾਂਗੇ ਨਹੀਂ, ਭਾਰਤ ਚ ਜਾ ਕੇ ਭੁੱਜਾਂਗੇ ਕਿਉਂਕਿ ਪਾਰਾ ਵੱਧ ਰਿਹਾ ਲਗਾਤਾਰ। ਹੁਣ ਬਹੁਤ ਸਾਰੇ ਇਹ ਕਹਿਣਗੇ ਵੀ ਆਏ ਵੀ ਤਾਂ ਉੱਥੇ ਹੀ ਸੀ। ਆਏ ਸੀ, ਜ਼ਰੂਰ ਆਏ ਸੀ, ਪਰ ਇਸ ਤੋਂ ਸਿਰਫ ਜਿਹੜੀ ਮੌਸਮ ਦੀ ਵਿਭਿੰਨਤਾ ਹੈ, ਜੋ ਮੌਸਮ ਦੇ ਵਿਚਲਾ ਫਰਕ ਹੈ, ਉਹਦੀ ਗੱਲ ਕਰ ਰਹੇ ਹਾਂ। ਵਾਹ, ਕਮਾਲ ਕਰਤੀ। ਸ਼ੁਕਰੀਆ, ਬਹੁਤ ਕਮਾਲ ਕਰ ਰਹੇ ਤੁਸੀਂ ਕਦੇ ਕਦੇ ਨਾ। ਏਦਾਂ ਹੀ ਆ ਬਸ। ਹੋਰ ਸੁਣਾਓ ਵੀ ਕੋਈ ਚੱਜ ਦਾ ਵਿਚਾਰ ਪੇਸ਼ ਕਰੋ। ਚੱਜ ਦਾ ਵਿਚਾਰ ਇਹ ਹੈ ਬਈ ਇਸ ਵਕਤ ਕਰੋਨਾ ਦੀ ਕੋਈ ਦਵਾਈ ਨਾ ਹੋਣਾ, ਇਹ ਸਾਇੰਸ ਹੈ। ਵੀ ਸਾਇੰਸ ਨੇ ਹਾਲੇ ਤੱਕ ਖੋਜ ਨਹੀਂ ਕੀਤੀ, ਇਹ ਵਿਗਿਆਨ ਹੈ, ਇਹ ਵਿਗਿਆਨ ਹੈ। ਪਰ ਦਵਾਈ ਨਾ ਹੋਣ ਦੇ ਬਾਵਜੂਦ ਹਸਪਤਾਲ ਦੇ ਵਿੱਚ ਦਾਖਲ ਬੰਦੇ ਦਾ ਬਿੱਲ ਹੈ ਜਿਹੜਾ ਉਹ ਕਈ ਲੱਖਾਂ ਦੇ ਵਿੱਚ ਬਣ ਜਾਣਾ, ਇਹ ਇੱਕ ਕਲਾ ਹੈ। ਬਿਲਕੁਲ ਸਹੀ ਗੱਲ ਹੈ ਤੇ ਇਹ ਕਲਾ ਜ਼ਿਆਦਾਤਰ ਭਾਰਤ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆ ਚੁੱਕੀਆਂ ਨੇ ਕਿ ਆਪਾਂ ਉਦੋਂ ਵੀ ਸਾਂਝੀ ਕੀਤੀ ਸੀ ਕਿ ਇੱਕ ਬੀਬੀ ਜੀ ਜਿਹੜੇ ਕਿ ਕਰੋਨਾ ਦੇ ਮਰੀਜ਼ ਪਾਏ ਗਏ ਸੀ ਤੇ ਉਹ ਹਸਪਤਾਲ ਦੇ ਵਿੱਚ ਠੀਕ ਤਾਂ ਹੋ ਗਏ, ਪਰ ਮੁੜ ਕੇ ਏਡਾ ਵੱਡਾ ਬਿੱਲ ਵੇਖ ਕੇ ਜ਼ਰੂਰ ਉਹ ਵਿਚਾਰਿਆਂ ਨੂੰ ਝੁੰਝਣੀ ਜੀ ਛਿੜਦੀ ਸੀ ਵੀ ਹੁਣ ਮੈਂ ਕਰਾਂ ਤਾਂ ਕਰਾਂ ਕੀ, ਕਿਉਂਕਿ ਲੱਖਾਂ ਦੇ ਵਿੱਚ ਬਿੱਲ ਬਣਾ ਕੇ ਤੇ ਉਹਨਾਂ ਦੇ ਹੱਥ ਦੇ ਵਿੱਚ ਫੜਾ ਦਿੱਤਾ ਗਿਆ। ਬਿਲਕੁਲ ਜੀ। ਤੇ ਜਿਹੜੇ ਦੇਸ਼ਾਂ ਦੇ ਵਿੱਚੋਂ ਕਰੋਨਾ ਮੁੱਕ ਗਿਆ ਉਹਨਾਂ ਨੂੰ ਵਧਾਈਆਂ। ਜਿੱਥੇ ਹਾਲੇ ਮੁੱਕਣ ਦਾ ਨਾਂ ਨਹੀਂ ਲੈ ਰਿਹਾ, ਉੱਥੋਂ ਦੀਆਂ ਸਰਕਾਰਾਂ ਵੀ ਸੰਭਲਣ ਤੇ ਲੋਕ ਵੀ ਸੰਭਲ ਜਾਣ ਤੇ ਸਮੇਂ ਦੀ ਲੋੜ ਇਹੀ ਆ। ਬਿਲਕੁਲ। ਤੇ ਹੁਣ ਆਪਾਂ ਖਬਰਾਂ ਦੀ ਸਾਂਝ ਵੱਲ ਪਰ ਨਾ ਮੇਰਾ ਜੀ ਪਤਾ ਕੀ ਕਰਦਾ ਅੱਜ ਬਈ ਨਾ, ਜੋ ਨਿਊਜ਼ੀਲੈਂਡ ਦੇ ਤਜਰਬੇ ਆ ਉਹ ਵੀ ਵੱਧ ਤੋਂ ਵੱਧ ਸਾਂਝੇ ਕੀਤੇ ਜਾਣ, ਕਿਉਂਕਿ ਨਾ ਆਪਣੇ ਭੈਣਾਂ ਵੀਰਾਂ ਨੂੰ ਗਲਵਕੜੀ ਦੇ ਰੂਪ ਦੇ ਵਿੱਚ ਇੱਕ ਵਾਰ ਨਾ ਉਹ ਜੀ ਕਰਦਾ ਵੀ ਭਾਈ ਕਹੀਏ ਵੀ ਭਾਈ ਤੁਹਾਡਾ ਧੰਨਵਾਦ ਜੀ। ਤੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਸ ਗੱਲ ਨਾਲ ਕਰਨਾ ਚਾਹੁੰਦੀ ਆ ਕਿ ਜਿੰਨੇ ਵੀ ਲੋਕ ਸਾਨੂੰ ਇੱਥੇ ਮਿਲੇ ਜਾਂ ਜਿਹੜੇ ਮਿਲਣਾ ਲੋਚਦੇ ਸੀ ਪਰ ਆਪਾਂ ਕਿਉਂਕਿ ਸਮਾਂ ਨਹੀਂ ਸੀ ਹੁੰਦਾ ਤੇ ਮਿਲ ਨਹੀਂ ਸਕੇ, ਉਹਨਾਂ ਤੋਂ ਤਾਂ ਪਹਿਲਾਂ ਮਾਫੀ ਹੈ। ਤੇ ਜਿਨ੍ਹਾਂ ਨੂੰ ਵੀ ਅਸੀਂ ਮਿਲੇ ਆ ਉਹਨਾਂ ਨੂੰ ਅਸੀਂ ਕਦੇ ਨਹੀਂ ਭੁਲਾ ਸਕਦੇ। ਬਿਲਕੁਲ ਸਹੀ ਗੱਲ। ਬਹੁਤ ਮਿੱਠੀਆਂ ਯਾਦਾਂ ਅਸੀਂ ਇਸ ਧਰਤੀ ਤੋਂ ਨਾਲ ਲੈ ਕੇ ਜਾਵਾਂਗੇ ਔਰ ਅਸੀਂ ਇੱਥੇ ਬਹੁਤ ਕੁਝ ਅਨੁਭਵ ਕੀਤਾ, ਬਹੁਤ ਸਾਰੇ ਫਰਕ ਵੇਖੇ ਭਾਰਤ ਦੇ ਵਿੱਚ ਤੇ ਇੱਥੋਂ ਦੇ ਵਿੱਚ। ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਆਪਣੇ ਨਾਲ ਯਾਦਾਂ ਦੇ ਤੌਰ ਤੇ ਅਸੀਂ ਲੈ ਕੇ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਉੱਥੇ ਜਾ ਕੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਲੋਕਾਂ ਨੂੰ ਸਮਝਾ ਸਕੀਏ, ਗੱਲਾਂ ਦੇ ਨਾਲ ਲੋਕਾਂ ਦਾ ਤਾਰਫ ਕਰਵਾ ਸਕੀਏ, ਤਾਂ ਜੋ ਸ਼ਾਇਦ ਉੱਥੇ ਵੀ ਲੋਕਾਂ ਦੀ ਜਿਹੜੀ ਸਥਿਤੀ ਹੈ ਜਾਂ ਕਹਿ ਲਓ ਜੋ ਮਾਨਸਿਕਤਾ ਹੈ ਉਹ ਬਦਲ ਸਕੇ। ਤੇ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਸਾਨੂੰ ਪੰਜਾਬੀ ਇੱਥੇ ਮਿਲੇ, ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਜੀ ਕਿ ਅਸੀਂ 20 ਸਾਲ ਤੋਂ, ਅਸੀਂ 25 ਸਾਲ ਤੋਂ, ਅਸੀਂ 5 ਸਾਲ ਤੋਂ, ਅਸੀਂ 8 ਸਾਲ ਤੋਂ ਇੱਥੇ ਆ, ਉਹਨਾਂ ਨੇ ਇੰਨੀ ਕੁ ਮਿਹਨਤ ਕੀਤੀ ਵੀ ਉਹਨਾਂ ਦੀ ਮਿਹਨਤ ਤੋਂ ਬਲਹਾਰੇ ਜਾਗੇ ਜੀ। ਉਹਨਾਂ ਨੇ ਬਹੁਤ ਵੱਡੇ ਸੁਨੇਹੇ ਭੇਜੇ ਆ ਸਾਡੇ ਹੱਥ। ਉਹ ਕਹਿੰਦੇ ਵੀ ਇੱਕ ਤਾਂ ਇਹ ਗੱਲ ਜਾ ਕੇ ਦੱਸਿਓ ਵੀ ਭਾਈ ਤੁਸੀਂ ਰਾਜਨੀਤਿਕ ਚੱਕਰਾਂ ਦੇ ਵਿੱਚ ਨਾ ਉਲਝੋ। ਇੱਕ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਧਰਮ ਦੇ ਚੱਕਰਾਂ ਦੇ ਵਿੱਚ ਵੀ ਨਾ ਉਲਝੋ, ਕਿਉਂਕਿ ਉਹ ਕਹਿੰਦੇ ਵੀ ਸਾਡੀ ਇੱਥੇ ਕਦੇ ਧਾਰਮਿਕ ਭਾਵਨਾ ਨਹੀਂ ਭੜਕੀ, ਨਾ ਅਸੀਂ ਕਿਸੇ ਗੋਰੇ ਦੀ 3-3.5 ਮਹੀਨਿਆਂ ਦੇ ਵਿੱਚ ਭਾਵਨਾ ਭੜਕੀ ਵੇਖੀ। ਲੋਕ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਂਦੇ ਆ, ਸਮਾਜ ਦੇ ਪ੍ਰਤੀ ਵਫਾਦਾਰ ਆ, ਆਪਣੇ ਕਿੱਤੇ ਨੂੰ ਸਮਰਪਿਤ ਆ, ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਚੱਜ ਆ। ਇਉਂ ਨਹੀਂ ਵੀ ਇੱਥੇ ਰੈਲੀ ਹੈ ਤੇ ਉੱਥੇ 25,000 ਬੰਦਾ 50,000 ਇਕੱਠਾ ਹੋ ਗਿਆ, ਉੱਥੇ ਸਮੋਸੇ ਮਿਲਦੇ ਤੇ ਦਗੜ ਕਰਦੇ ਸਾਰੇ ਭੱਜ ਗਏ। ਇੱਥੇ ਕੋਈ ਗੋਰਾ ਨਹੀਂ ਐ ਦੇਖਿਆ, ਇੱਥੇ ਕਿਸੇ ਪੰਜਾਬੀ ਨੂੰ ਵੀ ਨਹੀਂ ਐ ਦੇਖਿਆ ਵੀ ਸੱਚੀ ਮੁੱਚੀ ਜੀ ਕਰਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਇਹ ਸਾਰਾ ਕੁਝ ਹੋਣਾ ਸ਼ੁਰੂ ਹੋ ਜੇ ਜੋ ਇੱਥੇ ਆ, ਤਾਂ ਅੱਧੋ ਵੱਧ ਮਸਲੇ ਹੱਲ ਹੋ ਜਾਣ। ਪਰ ਰੌਲਾ ਇਹ ਆ ਉੱਥੇ ਲੋਕ ਕਹਿੰਦੇ ਆ ਸਰਕਾਰ ਨਹੀਂ ਕੁਝ ਕਰਦੀ, ਸਰਕਾਰ ਕਹਿੰਦੀ ਅਸੀਂ ਇਕੱਲੇ ਕਰੀਏ, ਲੋਕ ਕੁਝ ਨਹੀਂ ਕਰਦੇ, ਜਦ ਕਿ ਕਸੂਰਵਾਰ ਦੋਵੇਂ ਹੀ ਆ। ਬਿਲਕੁਲ ਸਹੀ। ਔਰ ਉਹਦੇ ਨਾਲ ਹੀ ਇੱਥੇ ਜਿਹੜੀ ਸਭ ਤੋਂ ਚੰਗੀ ਚੀਜ਼ ਸੀ ਉਹ ਇਹ ਸੀ ਕਿ ਲੋਕ ਕੁਦਰਤ ਪ੍ਰੇਮੀ ਨੇ, ਲੋਕ ਕੁਦਰਤ ਦੇ ਬਹੁਤ ਨੇੜੇ ਨੇ, ਸਰਕਾਰਾਂ ਕੁਦਰਤ ਪ੍ਰੇਮੀ ਨੇ। ਔਰ ਤੁਸੀਂ ਇਹ ਵੇਖੋ ਵੀ ਜੇਕਰ ਕੋਈ ਟੀਸੀ ਹੈ, ਜੇ ਕੋਈ ਪਹਾੜ ਹੈ ਤਾਂ ਪਹਾੜ ਦੇ ਉੱਤੇ ਘਰ ਆ ਉਹਨੂੰ ਪੱਧਰਾ ਨਹੀਂ ਕੀਤਾ ਗਿਆ,
ਜੇ ਕਿਤੋਂ ਜ਼ਮੀਨ ਨੀਵੀਂ ਹੈ ਤਾਂ ਉਹਨੂੰ ਭਰਤੀ ਪਾ ਕੇ ਉੱਚਾ ਨਹੀਂ ਚੱਕਿਆ ਗਿਆ, ਉਹ ਘਰ ਉੱਥੇ ਹੀ ਬਣਾਇਆ ਗਿਆ। ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਮੀਂਹ ਦਾ ਪਾਣੀ ਆ ਨਾ, ਉਹਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਜੀ। ਉਹਦੀ ਨਿਕਾਸੀ ਦਾ ਪ੍ਰਬੰਧ ਹੋਣ ਕਰਕੇ ਉਹਨਾਂ ਨੂੰ ਪੱਧਰ ਨਹੀਂ ਕਰਨਾ ਪਿਆ। ਹੁਣ ਸਾਡੇ ਭਾਰਤ ਦੇ ਵਿੱਚ ਪਹਿਲਾਂ ਤਾਂ ਇੰਨਾ ਉੱਚਾ ਅਸੀਂ ਵੈਸੇ ਪਲਾਟ ਲੈਂਦੇ ਆ, ਫਿਰ ਇੰਨਾ ਉੱਚਾ ਉਹਨੂੰ ਭਰਤੀ ਪਾ ਕੇ ਕਰ ਲੈਂਦੇ ਆ, ਤੇ ਫਿਰ ਵੀ ਨਹੀਂ ਪਤਾ ਹੁੰਦਾ ਵੀ ਸੜਕ ਕਿਹੜੇ ਵੇਲੇ ਆ ਕੇ 2 ਫੁੱਟ ਉੱਚੀ ਚੱਕ ਜਾਣ, ਤੇ ਇੱਧਰ ਸੜਕ ਬਣੀਆਂ ਨਹੀਂ ਹੁੰਦੀਆਂ, ਮਗਰ ਟੈਲੀਫੋਨ ਵਾਲੇ ਪੱਟੀ ਜਾਂਦੇ ਹੁੰਦੇ ਆ। ਸੋ ਉੱਥੇ ਤਾਲਮੇਲ ਦੀ ਘਾਟ ਆ, ਤੇ ਤਾਲਮੇਲ ਇੱਥੋਂ ਵਾਂਗੂ ਉੱਥੇ ਬਣ ਜੇ, ਕਿਉਂਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਇਹ ਗੱਲ ਦੱਸੀ ਆ ਵੀ ਸਰਕਾਰ ਨੇ ਜਿਹੜਾ ਵੀ ਕੰਮ ਅੱਜ ਕਰਨਾ ਉਹਦੇ 50 ਸਾਲ ਅੱਗੇ ਨਤੀਜੇ ਕੀ ਹੋਣਗੇ, 50 ਸਾਲ ਬਾਅਦ ਉਹਦੀ ਸਥਿਤੀ ਕੀ ਹੋ ਸਕਦੀ ਹੈ, ਇਹਦੇ ਬਾਬਤ ਖਿਆਲ ਕਰਦੀ ਹੈ। ਬਿਲਕੁਲ ਸਹੀ ਗੱਲ ਹੈ। ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਅਸੀਂ ਜਿਹੜੀਆਂ ਨੇ ਇੱਥੇ ਵੇਖੀਆਂ ਨੇ, ਸਮੇਂ-ਸਮੇਂ ਦੇ ਉੱਪਰ ਅਸੀਂ ਉਹ ਜ਼ਰੂਰ ਸਾਂਝੀਆਂ ਕਰਦੇ ਰਹਾਂਗੇ। ਹਾਂ, ਤੇ ਇੱਕ ਗੱਲ ਹੋਰ ਮੈਂ ਦੱਸਣੀ ਚਾਹੁੰਦਾ ਵੀ ਅਸੀਂ ਇੱਥੇ ਕਿਸੇ ਵੀ ਗਾਂ ਨੂੰ ਸੰਗਲ ਪਾਏ ਨਹੀਂ ਦੇਖਿਆ। ਗਾਵਾਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੁੱਲੀਆਂ, ਕਿਸੇ ਗਾਂ ਨੂੰ, ਕਿਸੇ ਭੇਡੂ ਨੂੰ, ਕਿਸੇ ਵੀ ਹਨਾ ਹੋਰ ਪਸ਼ੂ ਨੂੰ ਅਸੀਂ ਸੰਗਲ ਪਾਇਆ ਹੋਇਆ ਇੱਥੇ ਨਹੀਂ ਵੇਖਿਆ। ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਵੀ ਕੁੱਤੇ ਰੱਖੇ ਹੋਏ ਨੇ, ਉਹਨਾਂ ਦੇ ਲਈ ਵੱਖਰੇ ਘਰ ਬਣਾਏ ਹੋਏ ਨੇ, ਤੇ ਉਹ ਕੁੱਤੇ ਵੀ ਜਿਹੜੇ ਉਹ ਬੰਨ ਕੇ ਨਹੀਂ ਤੁਸੀਂ ਰੱਖ ਸਕਦੇ। ਉਸ ਤੋਂ ਇਲਾਵਾ ਜੇ ਬਾਹਰ ਘੁਮਾਉਣ ਲੈ ਕੇ ਜਾ ਰਹੇ ਹੋ ਤਾਂ ਕਿਸ ਤਰੀਕੇ ਨਾਲ ਆਪਣੀ ਤਿਆਰੀ ਤੁਹਾਨੂੰ ਚਾਹੀਦੀ ਹੈ ਵੀ ਇੱਕ ਲਿਫਾਫਾ ਹੱਥ 'ਚ ਹੋਣਾ ਚਾਹੀਦਾ ਹੈ। ਤੁਸੀਂ ਫਿਰ ਜਿਹੜਾ ਧਿਆਨ ਦੇ ਨਾਲ ਉਹਨੂੰ ਸੈਰ ਕਰਵਾਉਣੀ ਹੈ, ਨਹੀਂ ਜਿੱਥੇ ਜੀ ਕੀਤਾ ਉਧਰ ਨੂੰ ਸੜਕ ਤੇ ਲੈ ਕੇ ਤੁਰ ਪਏ ਹਨਾ। ਖੰਭਾ ਦੇਖ ਕੇ ਕੁੱਤਾ ਚੰਬਲ ਜੇ ਇੱਥੇ ਆਏ ਨਹੀਂਗਾ ਜੀ। ਤੇ ਹੋਰ ਵੀ ਬਹੁਤ, ਇਹ ਜਿਹੜੀ ਸੂਚੀ ਹੈ ਬੇहद ਲੰਬੀ ਹੈ। ਹਾਂ ਵੀ ਅਸੀਂ ਨਾ ਪਹਿਲਾਂ ਹੈਰਾਨ ਹੋ ਗਏ ਹਰਮਨ ਜੀ, ਜਦੋਂ ਆਪਾਂ ਆਏ ਆ ਹੈਰਾਨ ਇਸ ਗੱਲੋਂ ਹੋਏ ਵੀ ਭਾਈ ਆਲੇ ਦੁਆਲੇ ਜਿਹੜੇ ਉਹ ਲਾਏ ਗਏ ਲੱਕੜ ਦੀ ਗ੍ਰਿਲ ਜੀ, ਲੱਕੜ ਦੇ ਨਾਲ ਵਲਗਣ ਜੀ ਕੀਤੀ ਹੋਈ ਆ, ਤੇ ਗਾਂ ਮੱਝ ਜਾਂਦੀ ਨਹੀਂ ਕਿਸੇ ਪਾਸੇ, ਉਹ ਆਪਦੀ ਬੜੀ ਇਮਾਨਦਾਰੀ ਦੇ ਨਾਲ ਆਪਦੇ ਖੇਤਰ ਦੇ ਵਿੱਚ ਘਾਹ ਚਰਦੀ ਆ। ਸੋ ਉੱਥੇ ਹੀ ਸੌ ਜਾਂਦੀਆਂ, ਉੱਥੇ ਹੀ ਬਹਿ ਜਾਂਦੀਆਂ, ਉੱਥੇ ਹੀ ਗੋਹਾ ਕਰ ਲੈਂਦੀਆਂ, ਉੱਥੇ ਹੀ ਪਾਣੀ ਪੀ ਲੈਂਦੀਆਂ। ਉਹ ਜਦੋਂ ਉਹਨਾਂ ਨੂੰ ਚੋਣ ਦਾ ਵੇਲਾ ਹੁੰਦਾ ਆਪੇ ਹੀ ਜਾ ਕੇ ਕਤਾਰ 'ਚ ਖੜ ਜਾਂਦੀਆਂ, ਤੇ ਉਹ ਮਸ਼ੀਨ ਦੇ ਨਾਲ ਦੁੱਧ ਚੋ ਲੈਂਦੇ ਆ। ਮੈਂ ਕਿਹਾ ਵੀ ਸਾਡੇ ਵਾਲੇ ਪਾਸੇ ਦੇਖੋ, ਗਾਂ ਨੂੰ ਨੂੜ ਲਿਆ ਜਾਂਦਾ, ਫਿਰ ਉਹਦੀਆਂ ਲੱਤਾਂ ਨੂੰ ਰੱਸਾ ਪਾ ਲਿਆ ਜਾਂਦਾ, 2 ਜਣੇ ਮੂਹਰੇ ਡਾਂਗ ਲੈ ਕੇ ਖੜੇ ਹੁੰਦੇ ਆ, ਇੱਕ ਜਣਾ ਧਾਰ ਕੱਢਦਾ ਹੁੰਦਾ ਵੀ ਉਹਨੇ ਕੀ ਦੁੱਧ ਦੇਣਾ। ਇੱਥੇ ਪਸ਼ੂਆਂ ਨੂੰ ਵੀ ਨਹੀਂ ਸੰਗਲ ਪਾਇਆ। ਸਾਡੇ ਭਾਰਤ ਦੇ ਵਿੱਚ ਕਈ ਲੋਕ ਸੰਗਲ ਪਾਉਣ ਵਾਲੇ, ਉਹਨਾਂ ਨੂੰ ਪੈਂਦਾ ਨਹੀਂਗਾ। ਬਿਲਕੁਲ ਸਹੀ। ਹਰਮਨ ਜੀ, ਜਦੋਂ ਆਪਾਂ ਯਾਦਾਂ ਤਾਜ਼ਾ ਕਰਨੀ ਲੱਗੇ ਆ ਤਾਂ ਡੀਐਚ ਵਾਲੇ ਭੈਣ ਜੀ ਮਨਜੀਤ ਕੌਰ ਹੋਰਾਂ ਦੀ ਸੁਣਾਈ ਗਈ ਜਿਹੜੀ ਇੱਕ ਗੱਲ ਹੈ ਨਾ, ਉਹ ਕਦੇ ਵੀ ਮੇਰੇ ਚੇਤੇ ਦੇ ਵਿੱਚੋਂ ਨਿਕਲਣੀ ਨਹੀਂ ਗਈ। ਇਹ ਗੱਲ ਪੱਕੀ ਆ। ਸਹੀ ਤੁਸੀਂ ਕਹਿ ਰਹੇ ਹੋ। ਇਹ ਡੀਐਚ ਇੱਕ ਗਰੋਸਰੀ ਸਟੋਰ ਆ, ਤੇ ਉਹ ਜਿਹੜੇ ਭੈਣ ਜੀ ਮਨਜੀਤ ਕੌਰ ਆ, ਉਹਨਾਂ ਨੇ ਬੜੀਆਂ ਗੱਲਾਂ ਵੈਸੇ ਸਾਨੂੰ ਸੁਣਾਈਆਂ, ਤੇ ਗਰੋਸਰੀ ਸਟੋਰ ਤੋਂ ਭਾਵ ਇਹ ਆ ਵੀ ਰਾਸ਼ਨ ਪਾਣੀ ਵਾਲੀ ਦੁਕਾਨ ਆ ਜੀ, ਬਹੁਤ ਵੱਡੀ ਜੀ। ਤੇ ਭੈਣ ਜੀ ਦੀ ਪਹਿਲਾਂ ਇੱਕ ਗੱਲ ਮੈਂ ਸੁਣਾਉਣੀ ਆ, ਫਿਰ ਤੁਸੀਂ ਸੁਣਾਇਓ। ਕਹਿੰਦੇ ਵੀ ਮੈਂ ਜਦੋਂ ਪਹਿਲੀ ਵਾਰ ਨਿਊਜ਼ੀਲੈਂਡ ਆਈ ਤੇ ਮੇਰੇ ਕੋਲ ਭਾਰ ਬਹੁਤ ਜ਼ਿਆਦਾ ਵੱਧ ਗਿਆ ਸਮਾਨ ਦਾ ਨਾ, ਤੇ ਮੈਨੂੰ ਉੱਥੇ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਕਿਹਾ ਵੀ ਇਹ ਤਾਂ ਭਾਰ ਹੀ ਬਹੁਤ ਜ਼ਿਆਦਾ ਆ, ਵੀ ਤੂੰ ਘੱਟੋ ਘੱਟ 10-15 ਕਿਲੋ ਵਾਧੂ ਲਈ ਫਿਰਦੀ ਆ, ਵੀ ਇਹ ਨਹੀਂ ਜਾਣ ਦੇਣਾ ਅਸੀਂ। ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਪਲੀਜ਼ ਮੈਂ ਪਹਿਲੀ ਵਾਰੀ ਚੱਲੀ ਆ, ਐ ਨਾ ਕਰੋ ਤੁਸੀਂ, ਇਹ ਸਮਾਨ ਤੋੜ ਦੋ ਮੇਰੇ ਨਾਲ। ਤੇ ਉਹ ਭਾਈ ਮੋਰੋ ਕਹਿੰਦਾ ਫਿਰ ਜੇ ਇੰਨਾ ਹੀ ਸੀ ਤਾਂ ਟਰੱਕ ਕਰਾ ਲੈਂਦੀ। ਕਹਿੰਦੇ ਪਰ ਫਿਰ ਵੀ ਮੈਂ ਮਿਹਨਤਾਂ ਮੁੰਤਾਂ ਕਰਕੇ ਤੇ ਸਾਰਾ ਸਮਾਨ ਲੈ ਆਈ ਸੀ, ਮੈਂ ਸਾਰਾ ਕੁਝ ਇਕੱਠਾ ਕਰਕੇ ਲੈ ਕੇ ਆਈ। ਬਿਲਕੁਲ ਜੀ। ਉਹਨਾਂ ਦੀ ਇੱਕ ਹੋਰ ਗੱਲ ਆ, ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਜਿਹੜਾ ਪਿੰਡੂ ਜਾਂ ਆਪਾਂ ਕਹਿ ਲਈਏ ਪੰਜਾਬ ਤੋਂ ਆਇਆ ਜਾਂ ਭਾਰਤ ਤੋਂ ਆਇਆ, ਕਿਉਂਕਿ ਆਪਾਂ ਅੰਧ ਵਿਸ਼ਵਾਸ ਇੱਥੇ ਵੀ ਨਾਲ ਚੱਕੀ ਫਿਰਦੇ ਆ, ਕਹਿੰਦੇ ਉਹਨੇ ਨਵੀਂ ਗੱਡੀ ਲਈ ਤੇ ਮੂਹਰੇ ਉਹਦੇ ਜੁੱਤੀ ਲਮਕਾ ਲਈ ਵੀ ਕਿਤੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਉਹੀ ਅੰਦਾਜ਼ ਉਹਦਾ। ਉਸ ਗੱਡੀ ਦਾ ਹੋ ਗਿਆ ਹਾਦਸਾ, ਤੇ ਕਹਿੰਦੇ ਬਾਅਦ ਦੇ ਵਿੱਚ ਉਸ ਬੰਦੇ ਨੇ ਚੜਾਈ ਕਰ ਗਿਆ, ਉਹ ਬੰਦਾ ਰਿਹਾ ਨਹੀਂ ਦੁਨੀਆ ਦੇ ਉੱਤੇ। ਪਰ ਜਿਹੜੀ ਪੁਲਿਸ ਆ ਕਹਿੰਦੇ ਵੀ 3-4 ਦਿਨ ਇਸ ਪਰੇਸ਼ਾਨੀ 'ਚ ਪਈ ਰਹੀ ਵੀ ਇਹ ਕਹਿੰਦੇ ਵੀ ਬੰਦਾ ਇੱਕ ਸੀਗਾ, ਤੇ ਫਿਰ ਤੀਜੀ ਜੁੱਤੀ ਕਿਹਦੀ ਆ ਗਈ? ਬੰਦੇ 2 ਸੀ। ਕਹਿੰਦੇ ਇੱਕ ਹਫ਼ਤਾ ਪੁਲਿਸ ਤਫਤੀਸ਼ ਕਰਦੀ ਰਹੀ, ਬੰਦਾ ਇੱਕ ਲੱਭਿਆ, ਉਹਦੀਆਂ 2 ਜੁੱਤੀਆਂ ਹੋਣੀਆਂ ਚਾਹੀਦੀਆਂ, ਇਹ ਤੀਜੀ ਜੁੱਤੀ ਕਿਹਦੀ ਆ? ਤੇ ਬਾਅਦ 'ਚ ਪਤਾ ਲੱਗਿਆ ਵੀ ਉਹ ਤਾਂ ਉਹਨੇ ਗੱਡੀ ਮੂਹਰੇ ਟੰਗੀ ਹੋਈ ਸੀ। ਹਾਂ ਵੀ ਭਾਈ ਨਜ਼ਰ ਨਾ ਲੱਗ ਜੇ। ਕਹਿਣ ਦਾ ਭਾਵ ਇਹ ਆ ਕਿ ਅੰਧ ਵਿਸ਼ਵਾਸ ਆਪਾਂ ਇੱਥੇ ਵੀ ਨਹੀਂ ਕਰਨੋਂ ਹਟਦੇ। ਬਿਲਕੁਲ ਸਹੀ। ਤੇ ਹੁਣ ਆਪਾਂ ਡਾਣਾ ਸਾਹਿਬ ਖਬਰਾਂ ਵੀ ਸਾਂਝੀਆਂ ਕਰ ਲਈਏ, ਕਿਉਂਕਿ ਨਿਊਜ਼ੀਲੈਂਡ ਦੇ ਇਸ ਦੌਰੇ ਦੇ ਵਿੱਚ ਹੋਰ ਵੀ ਬਹੁਤ ਕੁਝ ਹਾਲੇ ਸਾਂਝਾ ਕਰਨ ਵਾਲਾ, ਤੇ ਜੇ ਉਹ ਕਰਨ ਲੱਗੇ ਤਾਂ ਮੈਨੂੰ ਲੱਗਦਾ 3-4 ਪ੍ਰੋਗਰਾਮ ਜਿਹੜੇ ਉਹ ਥੋੜੇ ਪੈ ਜਾਣਗੇ। ਸੋ ਇਸ ਲਈ ਆਪਾਂ ਹੁਣ ਖਬਰਾਂ ਵੱਲ ਨੂੰ ਚੱਲਦੇ ਹਾਂ, ਫੇਰ ਸਮਾਂ ਮਿਲਿਆ ਤੇ ਇਹ ਗੱਲਾਂ ਸਾਂਝੀਆਂ ਕਰਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਲੁਧਿਆਣੇ ਦੀ। ਜੀ, ਲੁਧਿਆਣੇ ਦੇ ਵਿੱਚ ਕਹਿੰਦੇ ਮਜ਼ਦੂਰਾਂ ਦੀ ਘਰ ਵਾਪਸੀ ਜਹਾਜ਼ ਰਾਹੀਂ ਹੋਈ ਹੈ, ਤੇ ਵਧੀਆ ਗੱਲ ਆ। ਮਾਤੜ ਬੰਦੇ ਨੂੰ ਜਹਾਜ਼ 'ਚ ਬਹਿਣ ਦਾ ਮੌਕਾ ਮਿਲ ਜੇ, ਹੋਰ ਕੀ ਚਾਹੀਦਾ? ਬਿਲਕੁਲ ਸਹੀ ਗੱਲ। ਅਸੀਂ ਜਹਾਜ਼ ਨੂੰ ਤਰਸੀ ਜਾਂਦੇ ਆ। ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਜਹਾਜ਼ ਤੇ ਆਏ ਸੀ ਅਸੀਂ, ਬਿਲਕੁਲ ਫਿਰ ਰੁਕ ਗਏ। ਮੈਂ ਤਾਂ ਪਹਿਲੀ ਵਾਰ ਆਈ ਸੀ, ਤੰਗ ਰੁਕ ਗਏ। ਪਹਿਲੀ ਵਾਰ ਜਹਾਜ਼ ਦੀ ਬਾਰੀ ਨੂੰ ਹੱਥ ਪਾਇਆ। ਇਹ ਪਹਿਲੇ ਇਨਸਾਨ ਨੇ ਇਸ ਧਰਤੀ ਦੇ ਉੱਤੇ ਵੀ ਜਦੋਂ ਇਹਨਾਂ ਨੇ ਹਵਾਈ ਸਫ਼ਰ ਕੀਤਾ, ਨਾਲ ਦੀ ਨਾਲ ਦੁਨੀਆ ਬੰਦ, ਜਹਾਜ਼ ਬੰਦ, ਸੜਕੀ ਸਫ਼ਰ ਬੰਦ, ਰੇਲ ਆਵਾਜਾਈ ਬੰਦ, ਪਾਣੀ ਵਾਲੇ ਸ਼ਿਪ ਬੰਦ, ਜਹਾਜ਼ ਬੰਦ, ਸਭ ਕੁਝ ਬੰਦ, ਦੁਨੀਆ ਬੰਦ ਜੀ। ਇਸ ਕਰਕੇ ਅੱਗੇ ਤੋਂ ਕਿਸੇ ਵੀ
ਸੱਜਣ ਨੇ ਇਹ ਨਹੀਂ ਕਹਿਣਾ ਵੀ ਤੁਸੀਂ ਇਕੱਠੇ ਆਇਓ, ਮੇਰੇ ਨਾਲ ਇਕੱਲੇ ਨਾਲ ਸੰਪਰਕ ਕਰਨਾ। ਆ ਵੇਖਿਆ ਕਿਹੋ ਜਿਵੇਂ ਤੁਹਾਨੂੰ ਕਿਹਾ 3 ਮਹੀਨਿਆਂ 'ਚ ਮੈਂ ਬਹੁਤ ਤਰ੍ਹਾਂ ਦੇ ਲੋਕ ਵੇਖ ਲਏ। ਸੋ ਖੈਰ ਆਪਾਂ ਜਿਹੜੀ ਖਬਰ ਸਾਂਝੀ ਕਰ ਰਹੇ ਸੀ ਵੀ ਲੁਧਿਆਣੇ ਦੇ ਵਿੱਚ ਜਿਹੜੇ ਕਾਮੇ ਨੇ ਉਹਨਾਂ ਦੀ ਜਹਾਜ਼ ਰਾਹੀਂ ਘਰ ਵਾਪਸੀ ਹੋਈ ਆ, ਉਹ ਗੱਲ ਕਰੀਏ। ਦੇਖੋ ਉਹ ਤਾਂ ਹੋਈ ਆ ਕਿਉਂਕਿ ਲੋੜ ਕਾਢ ਦੀ ਮਾਂ ਹੈ। ਜਦੋਂ ਹੁਣ ਪ੍ਰਵਾਸੀ ਮਜ਼ਦੂਰ ਪੰਜਾਬ ਨੂੰ ਛੱਡ ਕੇ ਆਪੋ ਆਪਣੇ ਖੇਤਰਾਂ ਨੂੰ ਚਲੇ ਗਏ, ਬਿਹਾਰ ਨੂੰ, ਝਾਰਖੰਡ ਨੂੰ, ਯੂਪੀ ਨੂੰ, ਮੱਧ ਪ੍ਰਦੇਸ਼ ਨੂੰ, ਤਾਂ ਉਹਨਾਂ ਦੀ ਲੋੜ ਹੁਣ ਪੰਜਾਬ ਦੇ ਵਿੱਚ ਹੈਗੀ ਆ। ਪਿਛਲੇ ਦਿਨੀ ਮੈਂ ਖਬਰ ਪੜ੍ਹੀ, ਕਈ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਵੱਲੋਂ ਨਿੱਜੀ ਤੌਰ ਦੇ ਉੱਤੇ ਬੱਸਾਂ ਭੇਜੀਆਂ ਬਿਹਾਰ ਦੇ ਵੱਲ ਵੀ ਭਾਈ ਭਰ ਕੇ ਲਿਆਓ, ਸਾਨੂੰ ਲੋੜ ਆ ਝੋਨਾ ਲਾਉਣ ਵਾਲਿਆਂ ਦੀ। ਜੀ ਮੈਂ ਵੀ ਉਹ ਵੀਡੀਓ ਫਿਰ ਉਹਨਾਂ ਦੇ ਗਲ ਦੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਵੀ ਭਾਈ ਤੁਸੀਂ ਆਏ ਆ। ਲੱਡੂ ਉਹਨਾਂ ਦੇ ਮੂੰਹ ਨੂੰ ਲਾਇਆ ਜਦੋਂ ਬੱਸ ਦੇ ਵਿੱਚ ਉਤਰਦੇ ਸੀਗੇ। ਤੇ ਫਿਰ ਰਾਮੂ ਸ਼ਾਮੂ ਤਾਂ ਕਹੂਗਾ ਹੀ, ਬਿਲਕੁਲ ਹਮ ਤਾਂ ਐਸਾ ਹੀ ਹੋਤਾ ਹੂੰ, ਆਏ ਹਾਏ ਹਮ ਤਾਂ ਮਰਜ਼ੀ ਕਰਤਾ ਹੂੰ। ਨਹੀਂ ਵੈਸੇ ਤਾਂ ਦੇਖੋ ਗੱਲ ਇਹ ਟਾਣਾ ਸਾਹਿਬ ਵੀ ਕਦਰ ਹਰੇਕ ਇਨਸਾਨ ਦੀ ਕਰਨੀ ਚਾਹੀਦੀ ਹੈ। ਇਨਸਾਨ ਦੀ ਕਦਰ ਕਰਨੀ ਚਾਹੀਦੀ ਆ। ਮਜ਼ਾਕ ਦੀ ਗੱਲ ਮਜ਼ਾਕ ਦੇ ਵਿੱਚ। ਲੁਧਿਆਣੇ ਦੇ ਵਿੱਚ ਕਈ ਫੈਕਟਰੀਆਂ ਦੇ, ਕਈ ਕਾਰੋਬਾਰਾਂ ਦੇ ਮਾਲਕ ਇਹੋ ਜਿਹੇ ਆ ਜਿਨ੍ਹਾਂ ਦੇ ਕੰਮਾਂ ਦੇ ਵਿੱਚ ਖੜੋਤ ਪੈਦਾ ਹੋਣੀ ਸ਼ੁਰੂ ਹੋ ਗਈ, ਕਿਉਂਕਿ ਕੰਮ ਚਲਾਉਣਾ ਤਾਂ ਬੰਦਿਆਂ ਨਹੀਂ ਆ, ਤੇ ਬੰਦੇ ਆ ਜਿਹੜੇ ਉਹ ਬਾਹਰ ਜਾ ਕੇ ਬਹਿ ਗਏ ਸੂਬੇ ਤੋਂ। ਇਸ ਕਰਕੇ ਉਹਨਾਂ ਨੂੰ ਜਹਾਜ਼ਾਂ ਦੇ ਰਾਹੀਂ ਵਾਪਸ ਸੱਦਿਆ ਗਿਆ। ਆ 10 ਬੰਦੇ ਇੱਕ ਕੰਬਲ ਬਣਾਉਣ ਵਾਲੀ ਫੈਕਟਰੀ ਨੇ, ਪਹਿਲਾਂ ਪਟਨਾ ਤੋਂ ਦਿੱਲੀ ਤੋਂ ਸਾਹਨੇਵਾਲ, ਉਹ ਲਿਆਂਦੇ ਆ ਜਹਾਜ਼ ਦੇ ਰਾਹੀਂ। ਹੋਰ ਵੀ ਕਈ ਲੋਕਾਂ ਨੇ ਪੰਜਾਬ ਦੇ ਵਿੱਚ ਇਦਾਂ ਜਹਾਜ਼ ਰਾਹੀਂ ਸੱਦੇ ਆ। ਮੈਨੂੰ ਤਾਂ ਬੜੀ ਖੁਸ਼ੀ ਆ ਇਹਨਾਂ ਲੋਕਾਂ ਦੇ ਉੱਤੇ, ਇਹਨਾਂ ਮਜ਼ਦੂਰਾਂ ਦੇ ਉੱਤੇ। ਕਮ ਸੇ ਕਮ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੀਟ ਦੇ ਉੱਤੇ ਬਹਿਣ ਦਾ ਮੌਕਾ ਤਾਂ ਮਿਲਿਆ, ਜਹਾਜ਼ ਦੀ ਸੀਟ ਦੇ ਉੱਤੇ। ਵਾਕਈ ਸਹੀ ਗੱਲ ਹੈ ਟਾਣਾ ਸਾਹਿਬ। ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਇਸ ਸੁਪਨੇ ਦੇ ਨਾਲ ਹੀ ਕੂਚ ਕਰ ਗਏ, ਉਹਨਾਂ ਨੂੰ ਕਦੇ ਬਹਿਣ ਦਾ ਮੌਕਾ ਨਹੀਂ ਮਿਲਿਆ। ਪਰ ਜਿਹੜੇ ਬਹਿ ਸਕੇ ਨੇ ਜਾਂ ਜਿਹੜੇ ਬਹਿੰਦੇ ਨੇ, ਵਾਕਈ ਉਹ ਸਾਰੇ ਕਹਿ ਲਓ ਵੀ ਚੰਗੇ ਕਰਮਾਂ ਵਾਲੇ ਨੇ। ਮੈਂ ਤਾਂ ਇਹੀ ਕਹੂੰਗੀ, ਕਿਉਂਕਿ ਜਿਹੜਾ ਸੁਪਨਾ ਕਿਸੇ ਦਾ ਨਹੀਂ ਪੂਰਾ ਹੋ ਸਕਦਾ, ਜਿਨ੍ਹਾਂ ਦਾ ਪੂਰਾ ਹੁੰਦਾ ਹੈ, ਇਹ ਵਾਕਈ ਚੰਗੀ ਗੱਲ ਹੈ, ਹਨਾ। ਸੋ ਹੁਣ ਆਪਾਂ ਸੁਪਨਾ ਵੈਸੇ ਤੁਹਾਡਾ ਵੀ ਪੂਰਾ ਹੋਇਆ ਸੀਗਾ, ਪਰ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਸਾਡਾ ਨੇ ਇੱਕ ਸੱਜਣ ਆ, ਉਹ ਪਹਿਲੀ ਵਾਰ ਜਹਾਜ਼ ਦੇ ਵਿੱਚ ਬੈਠਾ ਤੇ ਉਹ ਭਾਈ ਡਰ ਗਿਆ। ਅੱਛਾ। ਕਹਿੰਦਾ ਜਦੋਂ ਮੈਂ ਪਿਸ਼ਾਬ ਕਰਨ ਗਿਆ, ਉਸ ਤੋਂ ਬਾਅਦ ਉਹ ਬਟਨ ਜਿਹੜੇ ਨੱਪਦੇ ਹੁੰਦੇ ਥੱਲਿਓਂ ਹਵਾ ਜਿਹੀ ਕਰਕੇ, ਕਹਿੰਦਾ ਮੈਂ ਕਿਹਾ ਜਾ ਡਿੱਗ ਪਿਆ। ਬਹੁਤਿਆਂ ਨੂੰ ਇਹੀ ਲੱਗਦਾ ਟਾਣਾ ਸਾਹਿਬ, ਕਿਉਂਕਿ ਆਵਾਜ਼ ਹੀ ਬੜੀ ਤੇਜ਼ ਹੁੰਦੀ ਹੈ। ਕਹਿੰਦਾ ਮੈਂ ਚੀਕਾਂ ਮਾਰਦਾ ਬਾਹਰ ਆ ਗਿਆ। ਕਹਿੰਦਾ ਮੈਂ ਬਾਹਰ ਆ ਕੇ ਦੇਖਿਆ ਵੀ ਭਾਈ ਮੇਰਾ ਮਜ਼ਾਕ ਉੱਡੀ ਜਾਂਦਾ। ਕਹਿੰਦਾ ਇਹ ਹੋਸਟਸ ਵੀ ਕਹਿੰਦੀ ਵੀ ਗੱਲ ਕੀ ਬਣ ਗਈ। ਕਹਿੰਦਾ ਮੈਂ ਕਿਹਾ ਮੈਂ ਆਪਣੀ ਕਲਾ ਨਾਲ ਹੀ ਬਚ ਗਿਆ ਅੱਜ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ। ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ। ਨਵਜੋਤ ਸਿੰਘ ਸਿੱਧੂ ਦਾ ਮੁੱਲ ਮੈਨੂੰ ਲੱਗਦਾ ਫੇਰ ਪੈ ਜਾਣਾ। ਮੈਨੂੰ ਇਉਂ ਲੱਗਦਾ ਵੀ ਹੁਣ ਉਹ ਮੌਕਾ ਆ ਗਿਆ ਜਦੋਂ ਸਿੱਧੂ ਦੇ ਮੋਢਿਆਂ ਨੂੰ ਵਰਤਣ ਦੀ ਕੋਸ਼ਿਸ਼ ਕਈਆਂ ਨੇ ਕਰਨੀ ਆ। ਸਿੱਧੂ ਨੁਕਰੇ ਲਾ ਕੇ ਰੱਖਿਆ, ਸਿੱਧੂ ਆਪਣੇ ਆਪ ਵੀ ਨੁਕਰੇ ਲੱਗਿਆ, ਕਿਉਂਕਿ ਬੋਲ ਤਾਂ ਸਕਦਾ ਹੀ ਸੀ, ਹੁਣ ਉਹਨੇ ਬੋਲਣਾ ਵੀ ਬੰਦ ਕਰਤਾ। ਪਰ ਪਤਾ ਲੱਗਾ ਵੀ ਕਾਂਗਰਸ ਆ ਨਾ ਜਿਹੜੀ, ਉਹ ਚਾਹੁੰਦੀ ਆ ਵੀ ਸਿੱਧੂ ਕਿਤੇ ਹੋਰ ਨਾ ਜਾਵੇ। ਆਮ ਆਦਮੀ ਪਾਰਟੀ ਚਾਹੁੰਦੀ ਆ ਵੀ ਸਿੱਧੂ ਸਾਡੇ ਵੱਲ ਆ ਜੇ। ਹੁਣ ਇਹ ਸਿੱਧੂ ਨੇ ਫੈਸਲਾ ਕਰਨਾ ਵੀ ਕਿਹੜੇ ਪਾਸੇ ਜਾਣਾ। ਪਰ ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਕਿ ਅਗਲੇ ਮਹੀਨੇ ਕਾਂਗਰਸ ਦੇ ਵੱਲੋਂ, ਹਾਈ ਕਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਬਲਾਕ ਪ੍ਰਧਾਨ ਆ, ਜ਼ਿਲ੍ਹਾ ਪ੍ਰਧਾਨ ਆ, ਜਿਹੜੀਆਂ ਇਕਾਈਆਂ ਭੰਗ ਕੀਤੀਆਂ ਸੀ, ਉਹਨਾਂ ਦਾ ਦੁਬਾਰਾ ਗਠਨ ਕਰਨਾ। ਤੇ ਕਹਿੰਦੇ ਵੀ ਸਿੱਧੂ ਦੇ ਬੰਦੇ ਇਹਦੇ ਵਿੱਚ ਤਿਆਰ ਕੀਤੇ ਜਾ ਸਕਦੇ ਆ, ਸਿੱਧੂ ਦੇ ਬੰਦਿਆਂ ਨੂੰ ਵੱਖ-ਵੱਖ ਅਹੁਦੇ ਮਿਲ ਸਕਦੇ ਆ। ਤੁਹਾਨੂੰ ਕੀ ਲੱਗਦਾ ਟਾਣਾ ਸਾਹਿਬ, ਇਸ ਚੀਜ਼ ਨਾਲ ਕੋਈ ਫਰਕ ਪਏਗਾ? ਦੇਖੋ ਕਾਂਗਰਸ ਨੇ ਕਿੰਨੇ ਸੋਹਣੇ ਕੰਮ ਕੀਤੇ ਆ 3.5 ਸਾਲਾਂ ਦੇ ਵਿੱਚ, ਇਹ ਦੱਸਣ ਦੀ ਲੋੜ ਤਾਂ ਹੈ ਨਹੀਂ ਜੀ। ਜੋ ਤਲੀ ਤੇ ਸਰੋਂ ਜਮਾ ਕੇ ਦਿਖਾਈ ਆ, ਉਹ ਦੱਸਣ ਦੀ ਲੋੜ ਤਾਂ ਹੈ ਨਹੀਂ। ਪਰ ਪਤਾ ਇਹ ਲੱਗਾ ਵੀ ਨਵਜੋਤ ਸਿੰਘ ਸਿੱਧੂ ਨੂੰ ਲੋਕ ਪਸੰਦ ਕਰਦੇ ਵੱਡੀ ਗਿਣਤੀ 'ਚ, ਸਾਰੇ ਤਾਂ ਨਹੀਂ ਭਾਵੇਂ, ਪਰ ਉਹਨਾਂ ਲੋਕਾਂ ਦਾ ਨਾਲ ਜੁੜੇ ਰਹਿਣਾ ਕਾਂਗਰਸ ਦੇ ਲਈ ਬਹੁਤ ਜ਼ਰੂਰੀ ਆ। ਹੁਣ ਇਸ ਵਕਤ ਸਥਿਤੀਆਂ ਇਹ ਬਣੀਆਂ ਪਈਆਂ ਵੀ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਜ਼ਰੂਰਤ ਇਸ ਗੱਲ ਦੀ ਆ ਕਿ ਪੰਜਾਬ ਪੱਖੀ ਕੁਝ ਨਾ ਕੁਝ ਸੋਚਿਆ ਜਾਵੇ, ਜਿਹੜਾ ਕਿ ਘੱਟ ਸੋਚਿਆ ਜਾ ਰਿਹਾ। ਬਿਲਕੁਲ ਸਹੀ ਗੱਲ ਹੈ ਤੁਹਾਡੀ ਟਾਣਾ ਸਾਹਿਬ। ਪਰ ਚੱਕਰ ਇਹ ਹੈ ਕਿ ਜੋ ਇਸ ਤੋਂ ਪਹਿਲਾ ਸਮਾਂ ਸੀ, ਉਹ ਮੈਨੂੰ ਲੱਗਦਾ ਵੀ ਜਦੋਂ ਹਾਲੇ ਜਿਹੜਾ ਰੌਲਾ ਪੈਣਾ ਸ਼ੁਰੂ ਹੋਇਆ ਸੀ, ਉਦੋਂ ਇਹ ਸਮਾਂ ਸੀ ਕਿ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਉਹਨਾਂ ਦੇ ਪੱਖ ਵਿੱਚ ਸੀ। ਪਰ ਹੁਣ ਹੌਲੀ-ਹੌਲੀ ਲੋਕ ਜਿਹੜੇ ਨੇ ਉਹ ਵੀ ਪਿੱਛੇ ਹੋਣੇ ਸ਼ੁਰੂ ਹੋ ਗਏ। ਦੇਖੋ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ 1.5 ਸਾਲ ਹਾਲੇ ਵੋਟਾਂ ਦੇ ਵਿੱਚ ਬਾਕੀ ਪਿਆ। ਹੁਣ ਕੁਝ ਵੀ ਕਿਹਾ ਉਹ 1.5 ਸਾਲ ਬਾਅਦ ਉਹੋ ਜਿਹੀ ਅਰਥ ਨਹੀਂ ਰੱਖੂਗਾ ਜੀ। ਸਮੇਂ ਨੇ ਬਹੁਤ ਕੁਝ ਬਿਆਨ ਕਰਨਾ। ਆ ਕਰੋਨਾ ਨੇ ਜੋ ਕੁਝ ਬਿਆਨ ਕਰਤਾ, ਉਹਦੇ ਤੋਂ ਬਾਅਦ ਕਿਸੇ ਦਾ ਧਿਆਨ ਹੀ ਨਹੀਂ ਗਿਆ ਰਾਜਨੀਤੀ ਦੇ ਵੱਲ। ਹੁਣ ਇੱਕ ਵਾਰ ਫਿਰ ਜਿਹੜੇ ਉਹ ਖੰਭ ਜਿਹੇ ਮਾਰਨ ਲੱਗੇ ਪੰਜਾਬ ਦੇ ਰਾਜਨੀਤਿਕ ਲੋਕ। ਤੇ ਨਵਜੋਤ ਸਿੰਘ ਸਿੱਧੂ ਜਿਹੜੀ ਪਾਰਟੀ ਦੇ ਵੱਲ ਜਾਊਗਾ, ਤੇ ਜੇਕਰ ਸੱਚੇ ਦਿਲੋਂ ਉਧਰ ਜਾਊਗਾ, ਤੇ ਜੇਕਰ ਉਹਦਾ ਮੁੱਲ ਪਊਗਾ, ਤਾਂ ਮੇਰਾ ਖਿਆਲ ਆ ਵੀ ਉਹਦੇ ਵੱਲੋਂ ਤਾਂ ਜ਼ੋਰਦਾਰ ਪ੍ਰਚਾਰ ਕੀਤਾ ਜਾਣਾ। ਜੇ ਉਹਨੂੰ ਇਹ ਗੱਲ ਕਹੀ ਜਾਊਗੀ ਵੀ ਰਹਿ ਤੂੰ ਕਾਂਗਰਸ ਦੇ ਵਿੱਚ ਹੀ, ਇੱਥੇ ਪ੍ਰਚਾਰ ਕਰੀ ਜਾ, ਰੱਖਾਂਗੇ ਉਵੇਂ ਜਿਵੇਂ ਤੈਨੂੰ ਹੁਣ ਰੱਖਿਆ, ਫੇਰ ਨਹੀਂ ਟਿਕਦਾ। ਤੇ ਹੁਣ ਪਿਛਲੇ ਕਈ ਦਿਨਾਂ ਤੋਂ ਚਰਚਾ ਇਹ ਵੀ ਆ ਵੀ ਉਹਨੂੰ ਆਮ ਆਦਮੀ ਪਾਰਟੀ ਨੇ ਖਿੱਚ ਲੈਣਾ, ਪ੍ਰਸ਼ਾਂਤ ਕਿਸ਼ੋਰ ਲੈ ਕੇ ਜਾ ਰਿਹਾ। ਪਰ ਹਾਲੇ ਇਹ ਦੂਰ ਦੀ ਕੌਡੀ ਵਾਲੀ ਗੱਲ ਹੈ, ਸਮੇਂ ਤੋਂ ਪਹਿਲਾਂ ਵਾਲੇ ਅੰਦਾਜ਼ੇ ਆ, ਕਿਉਂਕਿ ਸਾਡੀ ਇੱਕ ਕਾਹਲ ਹੁੰਦੀ ਆ ਵੀ ਕੌਣ ਕੀ ਕਰਦਾ, ਕਿਵੇਂ ਕਰਦਾ। ਇਸ ਕਰਕੇ ਨਵੇਂ-ਨਵੇਂ ਸਵਾਲ ਪੈਦਾ ਹੁੰਦੇ ਆ, ਪਰ ਹਾਲੇ ਰੁਕ ਕੇ ਸਾਰਾ ਕੁਝ ਹੋਣਾ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਆਪਾਂ ਅਗਲੀ ਖਬਰ ਵੱਲ ਨੂੰ ਵਧਦੇ ਹਾਂ।
ਲੋਕ ਪੈਸੇ ਖਾਤਰ ਬਹੁਤ ਕੁਝ ਕਰਦੇ ਨੇ। ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ। ਬਿਲਕੁਲ ਸਹੀ ਗੱਲ ਹੈ, ਪਰ ਇਹ ਜਿਹੜਾ ਪੈਸਾ ਹੈ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ। ਇਹ ਪੈਸਾ ਕਾਂ ਬਨੇਰੇ ਦਾ, ਕਦੇ ਐਸ ਬਨੇਰੇ ਤੇ ਕਦੇ ਔਸ ਬਨੇਰੇ ਤੇ। ਕੋਈ ਗਾਣਾ ਰਹਿ ਗਿਆ ਹੋਏ ਉਹ ਵੀ ਸਾਂਝਾ ਕਰ ਲਓ, ਖਬਰ ਮੈਂ ਬਾਅਦ ਚ ਵੈਸੇ ਮੈਨੂੰ ਚੇਤੇ ਆ ਗਿਆ ਸੀ। ਰਾਣਾ ਸਾਹਿਬ ਮੈਂ ਸੰਜੀਦਾ ਖਬਰ ਸਾਂਝੀ ਕਰਨੀ ਸੀ, ਆਪਾਂ ਇੱਥੇ ਗਾਣੇ ਨਾ ਸਾਂਝੇ ਕਰੀਏ। क्यों पैसा पैसा करती है, क्यों पैसे पे तू मरती है, मेरी सारी दौलत ले ला नी पर जान बचा ला मेरी, मैं बारिश कर दूं पैसे की जे तू हो जा मेरी। ਇਹ ਮਾਨਕੀ ਨੇ ਗੀਤ ਗਾਇਆ ਸੀ ਦੇ ਦਨਾਦਨ ਫਿਲਮ ਦੇ ਵਿੱਚ, ਅਕਸ਼ੇ ਕੁਮਾਰ ਦੀ ਅਦਾਕਾਰੀ ਵਾਲੀ ਸੀ। ਆ ਵਿਚਲੀ ਲਾਈਨ ਕੁਝ ਹੋਰ ਹੀ ਕਹਿ ਗਏ ਹੋ। ਜਿਵੇਂ ਮੈਨੂੰ ਠੀਕ ਲੱਗਾ ਮੈਂ ਕਹਿ ਗਿਆ। ਮਾਨਕੀ ਨੇ ਇਹ ਨਹੀਂ ਸੀ ਕਿਹਾ ਜੋ ਤੁਸੀਂ ਕਹਿ ਰਹੇ ਹੋ। ਮੇਰੀ ਮਰਜ਼ੀ, ਆਈ ਐਮ ਕ੍ਰੀਏਟਿਵ ਬੁਆਏ ਹੈ। ਹਾਂਜੀ, ਮੈਂ ਕਲਾਤਮਕ ਬੱਚਾ ਹਾਂ। ਮੈਨੂੰ ਲੱਗਦਾ ਕਿ ਇਸ ਬੱਚੇ ਦੀ ਕਲਾਤਮਕਤਾ ਜਿਹੜੀ ਡੋਲ ਡੋਲ ਪੈ ਰਹੀ ਹੈ, ਇਹ ਹੌਲੀ ਹੌਲੀ ਅੰਗਰੇਜ਼ੀ ਚ ਚਾਹੀਦਾ ਵਿਚਾਰ ਕਰਿਆ ਕਰੋ। ਇਹ ਮੈਨੂੰ ਅੰਗਰੇਜ਼ੀ ਤੋਂ ਰੋਕਦਾ ਰੋਕਦਾ ਬੱਚਾ ਕੀ ਬਣ ਗਿਆ। ਗੱਲ ਇਹ ਆ, ਮੈਂ ਦੱਸਣਾ ਚਾਹੁੰਦਾ ਕਿ ਮੈਨੂੰ 3.5 ਬੈਂਡ ਆ ਸਕਦੇ ਹੁਣ। ਆਹਾ, ਜੇ ਮੈਂ 2 ਵਾਰੀ ਆਈਲੈਟਸ ਕਰਾਂ ਮੇਰੇ 7 ਬੈਂਡ ਬਣ ਜਾਣੇ ਆ। ਕੀ ਬਾਤ ਹੈ। ਤੇ ਫਿਰ 7 ਬੈਂਡ ਲੈ ਕੇ ਕੀ ਕਰੋਗੇ? ਫਿਰ ਮੈਂ ਕੀ ਕਰਨਾ, ਖਬਰਾਂ ਪੜੂੰਗਾ। ਤੇ ਉਹ ਤਾਂ ਹੁਣ ਵੀ ਕਰੀ ਜਾਂਦੇ ਹੋ। ਬਸ ਪਰ ਮਰਜ਼ੀ ਮੇਰੀ। ਜੀ ਤੇ ਹੁਣ ਆਪਾਂ ਜਿਹੜੀ ਇੱਕ ਮੈਂ ਸੰਜੀਦਾ ਖਬਰ ਸਾਂਝੀ ਕਰਨ ਲੱਗੀ ਸੀ, ਹੱਸਣਾ ਬੰਦ ਕਰੋ। ਬੰਦੇ ਨੇ ਕਹਿੰਦੇ ਵੀ ਆਪ ਹੀ ਪੈਸੇ ਦੇ ਕੇ, ਆਪ ਹੀ ਕਹ ਲੋ ਸੁਪਾਰੀ ਦੇ ਕੇ ਤੇ ਆਪਣੇ ਕਤਲ ਕਰਵਾ ਲਿਆ। ਬਿਲਕੁਲ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਹਰਮਨ ਜੀ ਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਗੁਰਬਤ ਆ ਨਾ, ਬੰਦਾ ਆਪਦੀ ਗਰੀਬੀ ਕੱਢਣ ਦੇ ਲਈ ਕਿਹੋ ਜਿਹੇ ਗਲਤ ਫੈਸਲੇ ਕਰਦਾ। ਬਿਲਕੁਲ ਇਹ ਪਤਾ ਲੱਗਾ ਜੀ ਕਿ ਇੱਕ ਬੰਦੇ ਨੇ 60,000 ਰੁਪਏ ਦਿੱਤਾ ਆਪਦਾ ਕਤਲ ਕਰਨ ਦੇ ਲਈ, ਯਾਨੀ ਕਿ ਕਿਸੇ ਨੂੰ ਦਿੱਤਾ ਤੇ ਅੱਗੋਂ ਉਹ 4 ਜਣੇ ਮਿਲ ਗਏ ਤੇ ਉਹ ਬੰਦੇ ਨੇ ਕਿਹਾ ਵੀ ਤੁਸੀਂ ਮੈਨੂੰ ਮਾਰ ਦਿਓ, ਮੇਰਾ ਕਤਲ ਕਰ ਦਿਓ। ਤੇ ਲੱਗੇ ਇਦਾਂ ਵੀ ਭਾਈ ਮੇਰੇ ਨਾਲ ਵਧੀਕੀ ਹੋਈ ਆ ਤੇ ਇਉਂ ਨਾ ਲੱਗੇ ਵੀ ਭਾਈ ਮੈਂ ਜਾਣਬੁੱਝ ਕੇ ਸਾਰਾ ਕੁਝ ਕੀਤਾ। ਉਹਨੇ ਤਾਂ ਸਾਰਾ ਕੁਝ ਕੀਤਾ, ਤਾਂ ਆਪਦਾ ਕਤਲ ਆਪੇ ਕਰਵਾਇਆ ਕਿਉਂਕਿ 10 ਲੱਖ ਰੁਪਏ ਦਾ ਉਹਦਾ ਬੀਮਾ ਹੋਇਆ ਸੀ। ਅੱਛਾ ਜੀ। ਘਰ ਦੇ ਵਿੱਚ ਗਰੀਬੀ ਬਹੁਤ ਸੀ, ਦੁਕਾਨ ਉਹਦੀ ਬੰਦ ਹੋ ਚੁੱਕੀ ਸੀ ਤਾਲਾਬੰਦੀ ਦੇ ਕਰਕੇ। ਸੋ ਉਸ ਤੋਂ ਬਾਅਦ ਉਹਨੂੰ ਆਸ ਸੀ ਇਸ ਗੱਲ ਦੀ ਵੀ ਜਦੋਂ ਮੈਂ ਮਰ ਗਿਆ ਤਾਂ ਕੰਪਨੀ ਹੈ ਜਿਹੜੀ ਉਹ 10 ਲੱਖ ਰੁਪਇਆ ਮੇਰੇ ਟੱਬਰ ਨੂੰ ਦੇਊਗੀ ਤੇ ਇਹਦੀ ਗੁਰਬਤ ਨਿਕਲ ਜੂ ਸਾਡੇ ਟੱਬਰ ਦੀ। ਪਰ ਹੁਣ ਪਤਾ ਲੱਗਾ ਜੀ ਕਿ 5 ਦਿਨਾਂ ਬਾਅਦ ਪੁਲਿਸ ਨੇ ਜਿਹੜੇ ਕਾਤਲ ਆ ਉਹ ਫੜ ਲਏ ਆ ਤੇ ਹੁਣ ਮੰਨ ਗਏ ਉਹ ਵੀ ਅਸੀਂ ਇਹਦੇ ਕੋਲੋਂ ਹੀ ਪੈਸੇ ਲਏ ਸੀਗੇ। ਉਹਨਾਂ ਨੇ ਪਹਿਲਾਂ ਉਹਨੂੰ ਕੁੱਟਿਆ, ਵੱਢਿਆ, ਉਹਨੂੰ ਮਾਰਤਾ, ਬਾਅਦ ਦੇ ਵਿੱਚ ਉਹਨੂੰ ਦਰਖਤ ਦੇ ਉੱਤੇ ਟੰਗਤਾ ਵੀ ਭਾਈ ਅਸੀਂ ਇਹਨੂੰ ਕਤਲ ਕਰ ਦਿੱਤਾ। ਸੋ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਹੜੀਆਂ ਕਿ ਚਿੰਤਾਜਨਕ ਆ। ਬਿਲਕੁਲ, ਤੁਸੀਂ ਵੇਖੋ ਵੀ ਕੀ ਬੀਤੀ ਹੋਊਗੀ, ਕੀ ਸੋਚ ਕੇ ਫੈਸਲਾ ਲਿਆ ਹੋਊਗਾ। ਆਪਣੀ ਜ਼ਿੰਦਗੀ ਜਿਹੜੀ ਹੈ ਉਹਦੇ ਤੋਂ ਹੱਥ ਧੋਣੇ ਸੌਖੇ ਨਹੀਂ ਹੁੰਦੇ, ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਪਰ ਇਸ ਪੈਸੇ ਦਾ ਕਰਕੇ, ਇਸ ਗੁਰਬਤ ਦਾ ਕਰਕੇ ਬੰਦਾ ਦੇਖੋ ਕਿਹੋ ਜਿਹੇ ਫੈਸਲੇ ਲੈ ਜਾਂਦਾ ਹੈ ਕਿ ਉਹਨੂੰ ਆਪ ਨੂੰ ਨਹੀਂ ਸਮਝ ਹੁੰਦੀ ਸ਼ਾਇਦ ਕਿ ਅੱਗੇ ਬਣੂਗਾ ਕੀ, ਹੈ ਨਾ। ਹਰਮਨ ਜੀ, ਪੈਸਿਆਂ ਨੇ ਰਿਸ਼ਤੇ ਕਿਵੇਂ ਪਲੀਤ ਕਰਤੇ ਆ ਜੀ, ਪੈਸਿਆਂ ਨੇ ਰਿਸ਼ਤਿਆਂ ਦੇ ਵਿੱਚ ਕਿਵੇਂ ਵੰਡੀਆਂ ਪਾਤੀਆਂ, ਇਹਦੇ ਬਾਬਤ ਮੈਂ ਅੱਗੇ ਵੀ ਕਈ ਵਾਰੀ ਗੱਲ ਦੱਸਦਾ ਹੁੰਦਾ ਤੇ ਅੱਜ ਫਿਰ ਜੀ ਕਰਦਾ ਵੀ ਪੈਸੇ ਕਿਵੇਂ ਭੈਣ ਭਰਾ ਨੂੰ ਆਪਸ ਦੇ ਵਿੱਚ ਲੜਾਉਂਦੇ ਆ, ਕਿਵੇਂ ਭੈਣ ਭਾਈ ਇੱਕ ਦੂਜੇ ਨੂੰ ਕਈ ਵਾਰ, ਹਰ ਵਾਰ ਨਹੀਂ, ਕੁੰਡੀ ਲਾਉਣ ਲੱਗ ਪੈਂਦੇ ਆ। ਮੇਰਾ ਇੱਕ ਜਾਣਕਾਰ ਆ, ਉਹਨੇ ਮੈਨੂੰ ਦੱਸਿਆ ਜਿਹੜਾ ਕਿ ਜ਼ਮੀਨ ਜਾਇਦਾਦ ਦੀ ਖਰੀਦੋ ਫਰੋਖਤ ਦਾ ਕੰਮ ਕਰਦਾ, ਜਿਹਨੂੰ ਪ੍ਰਾਪਰਟੀ ਡੀਲਰ ਕਹਿੰਦੇ ਆ। ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਲੋਕ ਨਾ ਅੱਜ ਕੱਲ ਕਮਿਸ਼ਨਾਂ ਤਾਂ ਬਹੁਤ ਛੋਟੀ ਗੱਲ ਆ, ਭੈਣ ਭਰਾ ਇੱਕ ਦੂਜੇ ਨੂੰ ਕੁੰਡੀਆਂ ਲਾਉਂਦੇ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਅਸਲ ਦੇ ਵਿੱਚ ਇੱਕ ਵਾਰ ਇੱਕ ਬੰਦਾ ਮੇਰੇ ਕੋਲੇ ਆਇਆ, ਕਹਿੰਦਾ ਵੀ ਮੈਂ ਆਪਦੀ ਭੈਣ ਦੇ ਨਾਂ ਦੇ ਉੱਤੇ ਨਾ 10 ਮਰਲੇ ਦਾ ਪਲਾਟ ਲੈਣਾ। ਠੀਕ ਹੈ। ਤੇ ਕਹਿੰਦਾ ਮੈਂ ਕਿਹਾ ਠੀਕ ਆ। ਕਹਿੰਦਾ ਮੈਨੂੰ 5-7 ਪਲਾਟ ਜੇ ਦਿਖਾਏ ਤੇ ਉਹਨੇ 2.5 ਲੱਖ ਰੁਪਈਆ ਮਰਲੇ ਵਾਲਾ ਇੱਕ ਪਸੰਦ ਕਰ ਲਿਆ। ਲਓ ਜੀ, ਉਹ ਅੱਗੋਂ ਕਹਿੰਦਾ ਵੀ ਆਹ 2.5 ਲੱਖ ਰੁਪਈਆ ਮਰਲੇ ਵਾਲਾ ਪਲਾਟ ਮੈਨੂੰ ਪਸੰਦ ਆ, ਮੈਂ ਹੀ ਪੈਸੇ ਦੇਣੇ ਆ, ਮੈਂ ਹੀ ਬਿਆਨਾ ਕਰਨਾ ਤੇ ਮੇਰੀ ਭੈਣ ਨੇ ਆਉਣਾ ਹੈਗਾ 4-5 ਮਹੀਨਿਆਂ ਬਾਅਦ ਰਜਿਸਟਰੀ ਕਰਨੀ ਹੈ ਉਦੋਂ। ਪਰ ਤੂੰ ਮੇਰੀ ਭੈਣ ਨੂੰ ਇਹ ਗੱਲ ਕਹਿਣੀ ਹੈ ਵੀ 3 ਲੱਖ ਰੁਪਈਆ ਮਰਲਾ, ਇਹ ਮਰਲੇ ਦੇ ਪਿੱਛੇ ਕਹਿੰਦਾ 50,000 ਰੁਪਈਆ ਮੈਂ ਖਾਣਾ ਤੇ ਤੈਨੂੰ ਵੀ 10,000 ਰੁਪਈਆ ਹੋਰ ਵੱਧ ਦਵਾ ਦੂੰਗਾ। ਤੇ ਉਹ ਕਹਿੰਦਾ ਵੀ ਤੂੰ ਆਪਦੀ ਭੈਣ ਨੂੰ ਕੁੰਡੀ ਕਿਹੜੀ ਗੱਲੋਂ ਲਾਈ ਜਾਂਦਾ? ਕਹਿੰਦਾ ਉਹ ਤਾਂ ਕੈਨੇਡਾ ਬੈਠੀ ਆ, ਉਹਨੇ ਤਾਂ ਕਮਾ ਲੈਣੇ ਆ, ਉਹਨਾਂ ਦਾ $1 ਆਪਣੇ ਆਲੇ ਪਾਸੇ ਆ ਕੇ ਤੇ 55-56 ਰੁਪਏ ਬਣ ਜਾਂਦੇ ਆ। ਇਸ ਕਰਕੇ ਜਦੋਂ ਰਿਸ਼ਤਿਆਂ ਨੂੰ ਖਾ ਰਹੇ ਹੋਣ ਤੇ ਭੈਣ ਭਾਈ ਇੱਕ ਦੂਜੇ ਨੂੰ ਲੁੱਟ ਰਹੇ ਹੋਣ ਤਾਂ ਫਿਰ ਪੈਸਾ ਦੇਖੋ ਕੀ ਰੰਗ ਦਿਖਾਉਂਦਾ। ਬਿਲਕੁਲ ਸਹੀ ਗੱਲ ਹੈ। ਹਰਮਨ ਜੀ, ਚੱਜ ਦਾ ਵਿਚਾਰ ਦੀ ਸ਼ੁਰੂਆਤ ਦੇ ਵਿੱਚ ਮੈਂ ਕੀ ਗੱਲ ਕਹੀ ਸੀ? ਕੀ ਕਹੀ ਸੀ? ਵੀ ਭਾਈ ਸਾਇੰਸ ਕਹਿੰਦੀ ਆ ਵੀ ਹਾਲੇ ਤੱਕ ਦਵਾਈ ਨਹੀਂ ਬਣੀ, ਵਿਗਿਆਨ ਕਹਿੰਦਾ, ਪਰ ਦੂਜੇ ਪਾਸੇ ਜਿਹੜੇ ਲੋਕ ਹਸਪਤਾਲ 'ਚ ਦਾਖਲ ਹੁੰਦੇ ਉਹਨਾਂ ਨੂੰ ਕਰੋੜਾਂ ਰੁਪਏ ਦਾ ਬਿੱਲ ਮਿਲ ਜਾਂਦਾ। ਤੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਇਹ ਕੁਝ ਹੁੰਦਾ। ਮਾਈਕਲ ਫਲੋਰ ਨਾਂ ਦਾ ਇੱਕ 62 ਸਾਲ ਦਾ ਬੰਦਾ ਅਮਰੀਕਾ ਦੇ ਵਿੱਚ, ਉਹ 62-63 ਦਿਨ ਦੇ ਲਈ ਰਿਹਾ ਹੈਗਾ ਹਸਪਤਾਲ ਦੇ ਵਿੱਚ, ਉਹਨੂੰ ਕਰੋਨਾ ਹੋ ਗਿਆ। ਪਰ ਜਦੋਂ ਉਹਨੂੰ ਛੁੱਟੀ ਮਿਲੀ, ਪਹਿਲਾਂ ਤਾਂ ਘਰਦਿਆਂ ਨੇ ਹਥਿਆਰ ਹੀ ਸੁੱਟਤੇ, ਕਹਿੰਦੇ ਵੀ ਇਹਨੇ ਕਾਹਦਾ ਬਚਣਾ, ਬਸ ਹੁਣ ਤਾਂ ਕੰਮ ਹੋ ਗਿਆ। ਪਰ ਉਹ ਬਚ ਵੀ ਗਿਆ, ਉਹ ਤੰਦਰੁਸਤ ਹੋ ਗਿਆ, ਪਰ ਹੁਣ ਉਹ ਚਾਹੁੰਦਾ ਮੈਂ ਮਰ ਜਾਂਦਾ ਤਾਂ ਬੜਾ ਵਧੀਆ ਸੀ। ਕਿਉਂਕਿ 8 ਕਰੋੜ ਤੇ 14-15 ਲੱਖ ਰੁਪਏ ਦਾ ਬਿੱਲ ਭਾਰਤੀ ਰਕਮ ਦੇ ਮੁਤਾਬਕ ਉਹਦੇ ਹੱਥ ਦੇ ਵਿੱਚ ਫੜਾਤਾ। ਆਪਾਂ ਕਹਿੰਦੇ ਵੀ ਭਾਈ ਪਟਿਆਲੇ ਦੇ ਡਾਕਟਰਾਂ ਨੇ ਐ ਕੀਤਾ, ਭਾਈ ਮੋਹਾਲੀ ਦੇ ਡਾਕਟਰ ਐ ਕਰ ਗਏ, ਅਮਰੀਕਾ ਵਾਲੇ ਵੀ ਐਂ ਕਰਦੇ ਆ। ਨਹੀਂ ਚਾਹੇ ਕਰਦੇ ਆ ਟਾਣਾ ਸਾਹਿਬ, ਪਰ ਮੈਂ ਤਾਂ ਬੜੀ ਹੈਰਾਨ ਆ ਵੀ ਆਪਾਂ ਤਾਂ ਇਹ ਅਕਸਰ ਸੁਣਦੇ ਆ ਵੀ ਜੇਕਰ ਤੁਹਾਡੀ
ਕਹਿ ਲਓ ਵੀ ਮੈਡੀਕਲ ਹੋਇਆ, ਜੇਕਰ ਤੁਹਾਨੂੰ ਬੀਮਾ ਮਿਲਿਆ ਹੋਇਆ ਹੈ ਨਾ, ਤਾਂ ਤੁਹਾਨੂੰ ਪੈਸੇ ਜਿਹੜੇ ਆ ਉਹ ਬਹੁਤੇ ਨਹੀਂ ਦੇਣੇ ਪੈਂਦੇ ਹੈ ਨਾ ਹਸਪਤਾਲਾਂ ਦੇ ਵਿੱਚ। ਪਰ ਫਿਰ ਵੀ ਇਹੋ ਜਿਹਾ ਮਸਲਾ ਸਾਹਮਣੇ ਆਇਆ। ਨਿੱਜੀ ਹਸਪਤਾਲ ਹੋਊਗਾ ਨਾ, ਨਿੱਜੀ ਹਸਪਤਾਲ ਹੋਊਗਾ, ਉਹਦਾ ਨਹੀਂ ਬੀਮਾ ਹੋਇਆ ਹੋਣਾ ਜਾਂ ਕੋਈ ਹੋਰ ਕਾਰਨ ਹੋਊਗਾ, ਉਹ ਬੰਦਾ ਕਹਿੰਦਾ ਵੀ ਮੇਰੀ ਚੀਕ ਨਿਕਲ ਗਈ ਆ, ਮੇਰੇ ਕੋਲੇ ਹੱਲ ਕੋਈ ਨਹੀਂ, ਬੌਕੇ ਦਿਹਾੜੇ ਹੁਣ ਮੈਂ ਕਰਾਂ ਕੀ। ਬਿਲਕੁਲ, ਤੁਸੀਂ ਵੇਖੋ ਵੀ ਇਹ ਨਾ ਬੜੀ ਅਜੀਬ ਜੀ ਗੱਲ ਹੁੰਦੀ ਹੈ ਕਿ ਬੰਦਾ ਜਿਹੜਾ ਆ ਉਹ ਸਿਹਤਯਾਬ ਹੋਣ ਦੇ ਲਈ ਤਾਂ ਜਾਂਦਾ ਹਸਪਤਾਲ ਦੇ ਵਿੱਚ, ਪਰ ਐਡੇ ਵੱਡੇ ਬਿੱਲ ਵੇਖ ਕੇ ਉਹਦੀ ਆਪਣੀ ਹਾਲਤ ਵਿਗੜ ਜਾਂਦੀ ਹੈ ਨਾ। ਮੁੜ ਕੇ ਉਹਨੂੰ ਸਮਝ ਨਹੀਂ ਆਉਂਦਾ ਮੈਂ ਕਿੱਧਰ ਨੂੰ ਜਾਵਾਂ, ਨਾ ਕਿਤੋਂ ਪੈਸਾ ਆਵੇ, ਨਾ ਬਿੱਲ ਤੁਸੀਂ ਭਰ ਸਕੋ, ਨਾ ਤੁਸੀਂ ਉੱਥੋਂ ਖਹਿੜਾ ਛਡਾ ਸਕੋ। ਸੋ ਇਹ ਥੋੜਾ ਡਾਕਟਰਾਂ ਨੂੰ ਵੀ ਸੋਚਣਾ ਚਾਹੀਦਾ ਵੈਸੇ, ਮੈਨੂੰ ਲੱਗਦਾ ਵੀ ਠੀਕ ਆ, ਉਹਨਾਂ ਦਾ ਕੰਮ ਹੈ, ਉਹਨਾਂ ਦਾ ਪ੍ਰੋਫੈਸ਼ਨ ਆ, ਉਹਨਾਂ ਨੇ ਵੀ ਰੋਟੀ ਖਾਣੀ ਆ, ਆਪਣੇ ਬੱਚੇ ਪਾਲਣੇ ਨੇ। ਪਰ ਜਿਹੜਾ ਬੰਦਾ ਹੁਣ ਇੰਨਾ ਪੈਸਾ ਨਹੀਂ ਦੇ ਸਕਦਾ, ਜਾਂ ਇਹ ਤਾਂ ਰਕਮ ਹੀ ਬਹੁਤ ਵੱਡੀ ਆ, ਉਸ ਹਿਸਾਬ ਨਾਲ ਥੋੜਾ ਉਹਨਾਂ ਨੂੰ ਵੀ ਘੱਟ ਵੱਧ ਕਰਨਾ ਚਾਹੀਦਾ। ਦੇਖੋ ਹੁਣ ਕੀ ਕਹਿ ਸਕਦੇ ਆ, ਕਰੋਨਾ ਮਹਾਮਾਰੀ ਨੇ ਪੂਰੇ ਭਾਰਤ ਨੂੰ ਆਪਣੇ ਜਕੜ ਪੰਜੇ ਦੇ ਵਿੱਚ ਲਿਆ ਜੀ, ਤੇ ਕੁੱਲ ਦੁਨੀਆ ਦੇ ਵੱਖ-ਵੱਖ ਦੇਸ਼ ਆ ਜਿਹੜੇ ਉਹ ਹਾਲੇ ਵੀ ਪ੍ਰਭਾਵਿਤ ਹੈਗੇ ਆ। ਪਿਛਲੇ ਦਿਨੀ ਆਪਾਂ ਖਬਰ ਪੜ੍ਹੀ ਆ ਵੀ ਭਾਈ ਨਿਊਜ਼ੀਲੈਂਡ ਦੇ ਵਿੱਚ ਫਿਰ 2 ਕੇਸ ਨਵੇਂ ਸਾਹਮਣੇ ਆ ਗਏ ਆ। ਸੋ ਇਦਾਂ ਦੀਆਂ ਖਬਰਾਂ ਘੱਟ ਜਾਂ ਵੱਧ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆ ਰਹੀਆਂ, ਪਰ ਸੋਚਣਾ ਵਿਚਾਰਨਾ ਇਹ ਬਣਦਾ ਵੀ ਕਈ ਦੇਸ਼ਾਂ ਨੇ ਤਾਂ ਕਾਬੂ ਪਾ ਲਿਆ, ਕਿਤੇ ਵਿਰਲਾ ਟਾਵਾਂ ਹੋਰ ਵੀ ਕੇਸ ਆ ਰਿਹਾ ਉਹਨੂੰ ਵੀ ਉਹ ਰੋਕ ਲੈਣਗੇ, ਪਰ ਭਾਰਤ ਦੇ ਵਿੱਚ ਮਸਲਾ ਕਿਵੇਂ ਰੁਕੂਗਾ ਸੋਚਣਾ ਸਭ ਤੋਂ ਵੱਧ ਇਹ ਬਣਦਾ ਜੀ। ਤੇ ਇੱਥੇ ਇਹ ਵੀ ਗੱਲ ਦਰਜ ਕਰਨੀ ਬਣਦੀ ਹੈ ਵੀ ਕੱਲੀਆਂ ਸਰਕਾਰਾਂ ਦੇ ਕਹੇ ਤੇ ਕੁਝ ਨਹੀਂ ਹੋਣਾ, ਸਾਨੂੰ ਆਪ ਨੂੰ ਵੀ ਉਦਮ ਕਰਨਾ ਪਊਗਾ। ਹੁਣ ਮੋਦੀ ਜੀ ਨੇ ਆ ਕੇ ਥੋੜੀ ਘਰਾਂ ਦੇ ਬਾਹਰ ਤਾਲੇ ਲਾਉਣੇ ਨੇ, ਜਾਂ ਕੈਪਟਨ ਸਾਹਿਬ ਥੋੜੀ ਬਾਹਰ ਮਤਲਬ ਕਹਿ ਲਓ ਵੀ ਡਾਂਗ ਚੱਕ ਕੇ ਤੁਰੇ ਫਿਰਨੇ ਵੀ ਕੋਈ ਬਾਹਰ ਨਿਕਲਿਆ ਤਾਂ ਫੇਰ ਦੇਖਿਓ ਮੈਂ ਕੀ ਕਰਦਾ। ਇਹ ਸਾਨੂੰ ਸੋਚਣਾ ਪਊਗਾ। ਸਿਹਤ ਸਾਡੀ ਹੈ, ਜ਼ਿੰਦਗੀ ਸਾਡੀ ਹੈ, ਪਰਿਵਾਰ ਸਾਡੇ ਨੇ, ਵੀ ਅਸੀਂ ਬਾਹਰ ਨਾ ਨਿਕਲੀਏ। ਮੈਂ ਕਿਤੇ ਪੜ੍ਹ ਰਹੀ ਸੀ, ਕਹਿੰਦੇ ਕਿ ਨਾ ਭਾਰਤ ਦੇ ਵਿੱਚ ਤਾਂ ਇਹ ਹਾਲਾਤ ਨੇ ਵੀ ਜੇਕਰ ਕਰਫਿਊ ਦੇ ਵਿੱਚ ਤਾਲਾਬੰਦੀ ਦੇ ਦੌਰਾਨ ਜੇਕਰ ਕੋਈ ਬਾਹਰ ਨਿਕਲਦਾ ਨਾ, ਤੇ ਉਹ ਬੰਦਾ ਹਰੇਕ ਇਹੀ ਸੋਚ ਰਿਹਾ ਹੁੰਦਾ ਵੀ ਮੈਂ ਤਾਂ ਕੰਮ ਲਈ ਆਇਆ, ਬਾਕੀ ਪਤਾ ਨਹੀਂ ਕਿਉਂ ਬਾਹਰ ਤੁਰੇ ਫਿਰਦੇ ਨੇ। ਹਰੇਕ ਬੰਦੇ ਨੂੰ ਐ ਲੱਗਦਾ ਵੀ ਮੈਂ ਜ਼ਿਆਦਾ ਵਿਅਸਤ ਆ, ਮੈਨੂੰ ਕੰਮ ਬਹੁਤ ਨੇ, ਬਾਹਰ ਜਾਣਾ ਮੇਰਾ ਜ਼ਰੂਰੀ ਆ, ਬਾਕੀ ਲੋਕ ਤਾਂ ਐਵੇਂ ਮੂਰਖ ਨੇ ਜਿਹੜੇ ਕਿਉਂਕਿ ਸਾਡੇ ਸੁਭਾਅ ਦੇ ਵਿੱਚ ਉਲਾਂਭਾ ਦੇਣਾ ਆਇਆ। ਆਪਾਂ ਇਹ ਨਹੀਂ ਵੇਖਦੇ ਵੀ ਮੈਂ ਵੀ ਗਲਤ ਆ, ਆਪਾਂ ਇਹ ਦੇਖਦੇ ਵੀ ਸਾਰੇ ਗਲਤ ਆ। ਕਹਿੰਦਾ ਵੀ ਮੇਰਾ ਤਾਂ ਚਲੋ ਬਣਦਾ ਸੀ, ਪਰ ਇਹਨੂੰ ਕੀ ਲੋੜ ਸੀ ਆਉਣ ਦੀ। ਉਹ ਅੱਗੋਂ ਕਹੀ ਜਾਂਦਾ ਵੀ ਮੇਰੇ ਤੇ ਚਲੋ ਮਜਬੂਰੀ ਸੀ, ਇਹਨੂੰ ਕੀ ਲੋੜ ਸੀ ਆਉਣ ਦੀ। ਜਦ ਕਿ ਕਈਆਂ ਦੀ ਮਜਬੂਰੀ ਹੁੰਦੀ ਆ, ਪਰ ਬਹੁਤਿਆਂ ਦੀ ਨਹੀਂ ਵੀ ਹੁੰਦੀ। ਬਹੁਤਿਆਂ ਨੂੰ ਆਦਤ ਹੁੰਦੀ ਆ ਵੀ ਆਪਾਂ ਥੋੜਾ ਜਿਹਾ ਤੁਰ ਫਿਰ ਕੇ ਆ ਜਾਈਏ। ਸੋ ਸਮਝਣ ਦੀ ਲੋੜ ਆ। ਸਾਡੀਆਂ ਆਦਤਾਂ ਕਰਕੇ ਤਾਂ ਆਪਾਂ ਜਿਹੜੀ ਸੂਚੀ ਦੇ ਵਿੱਚ ਅੱਗੇ ਤੋਂ ਅੱਗੇ ਵੱਧ ਰਹੇ ਆ। ਪਹਿਲਾਂ ਕਿੱਥੇ ਸੀ ਤੇ ਹੁਣ ਕਿੱਥੇ ਆ ਗਏ। ਬਿਲਕੁਲ ਸਹੀ ਗੱਲ ਆ। ਤੇ ਜੇਕਰ ਇਹੀ ਹਾਲਾਤ ਰਹੇ, ਭਾਰਤ 25 ਅਗਸਤ ਦੇ ਨੇੜੇ ਤੇੜੇ ਦੂਜੇ ਨੰਬਰ ਦੇ ਉੱਤੇ ਆ ਜਾਣਾ। ਟੈਣਾ ਸਾਹਿਬ ਮੈਨੂੰ ਤਾਂ ਲੱਗਦਾ 25 ਅਗਸਤ ਵੀ ਬੜੀ ਦੂਰ ਹੈ। ਤੁਸੀਂ ਵੇਖੀ ਜਾਇਓ ਜਿਸ ਹਿਸਾਬ ਦੇ ਨਾਲ ਜਿੰਨੀ ਮਿਹਨਤ ਦੇ ਨਾਲ ਆਪਾਂ ਲੱਗੇ ਹੋਏ ਆ, ਆਪਾਂ ਛੇਤੀ ਇੱਥੋਂ ਤੱਕ ਪਹੁੰਚ ਜਾਵਾਂਗੇ। ਕਿਉਂਕਿ ਆਪਾਂ ਨਾ ਘਰੇ ਟਿਕਣਾ, ਨਾ ਆਪਾਂ ਜਿਵੇਂ ਆਪਾਂ ਅੱਗੇ ਇੱਕ ਦਿਨ ਉਹ ਮਾਸਕ ਵਾਲੀ ਗੱਲ ਸਾਂਝੀ ਕੀਤੀ ਸੀ ਨਾ, ਵੀ ਅਸੀਂ ਤਾਂ ਫੋਨ ਤੇ ਇੱਕ ਦੂਜੇ ਨੂੰ ਕਹਿਣ ਲੱਗ ਗਏ ਵੀ ਮਾਸਕ ਚਾਹੀਦਾ, ਚਲਾਨ ਨਾ ਕੱਟ ਹੋਵੇ, ਹਨਾ। ਜਦ ਤੱਕ ਅਸੀਂ ਜ਼ਰੂਰਤਾਂ ਨੂੰ ਹੀ ਨਹੀਂ ਸਮਝਦੇ ਵੀ ਕਿਹਨਾਂ ਗੱਲਾਂ ਤੋਂ ਅਸੀਂ ਬਚਾਅ ਰੱਖਣਾ ਹੈ, ਕਿਵੇਂ ਅਸੀਂ ਆਪਣਾ ਬਚਾਅ ਕਰ ਸਕਦੇ, ਪਰਿਵਾਰ ਦਾ ਬਚਾਅ ਕਰ ਸਕਦੇ ਹਾਂ, ਤਦ ਤੇ ਅਸੀਂ ਕਰੋਨਾ ਤੋਂ ਕਿਵੇਂ ਬਚ ਜਾਾਂਗੇ। ਸੋ ਮੇਰੀ ਭਾਈ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਪਣੀ ਜ਼ਿੰਦਗੀ ਦੀ ਕਦਰ ਕਰੋ, ਆਪਣੇ ਟੱਬਰਾਂ ਦੀ ਜ਼ਿੰਦਗੀ ਦੀ ਕਦਰ ਕਰੋ, ਆਪਣੇ ਆਂਢ ਗੁਆਂਢ ਦੀ, ਆਪਣੇ ਆਲ ਦੁਆਲੇ ਦੀ ਜ਼ਿੰਦਗੀ ਨੂੰ ਸਮਝੋ, ਉਹਦੀ ਮਹੱਤਤਾ ਨੂੰ ਸਮਝੋ। ਕਿਉਂਕਿ ਅਸੀਂ ਝਕਾਨੀਆਂ ਦੇ ਕੇ ਪੁਲਿਸ ਦੇ ਨਾਲ ਪਛਾਣ ਦੇ ਕਰਕੇ ਆਪ ਤਾਂ ਬਚ ਜਾਾਂਗੇ, ਪਰ ਕਰੋਨਾ ਦੇ ਕੋਲੋਂ ਨਹੀਂ ਬਚ ਸਕਦੇਗੇ। ਜੇ ਕਰੋਨਾ ਦੀ ਸਮੱਸਿਆ ਤੁਹਾਡੇ ਘਰ ਦੇ ਵਿੱਚ ਆ ਗਈ ਤਾਂ ਇਹਦੇ ਬਹੁਤ ਵੱਡੇ ਖਮਿਆਜੇ ਭੁਗਤਣੇ ਪੈਣਗੇ। ਇਸ ਕਰਕੇ ਉਲਾਂਭੇ ਦੇਣੇ ਬੰਦ ਕਰਗੇ, ਆਪਦੀ ਜ਼ਿੰਦਗੀ ਨੂੰ ਆਪ ਬਚਾਈਏ। ਨਾ ਤਾਂ ਇਹ ਜ਼ਿੰਦਗੀ ਕਿਸੇ ਰਾਜਨੀਤਿਕ ਪਾਰਟੀ ਦੀ ਆ, ਨਾ ਹੀ ਕਿਸੇ ਵੈਰ ਵਿਰੋਧੀ ਦੀ ਆ, ਇਹ ਸਾਡੀ ਆਪਣੀ ਆ, ਇਹਨੂੰ ਸਮਝਣਾ ਚਾਹੀਦਾ ਜੀ। ਤੇ ਕਿਸੇ ਬੂਬਣੇ ਕੋਲ ਜਾ ਕੇ ਕੋਈ ਵੀ ਟੋਟਕੇ ਅਪਣਾ ਕੇ ਤੁਸੀਂ ਇਸ ਬਿਮਾਰੀ ਤੋਂ ਨਹੀਂ ਬਚ ਸਕਦੇ ਹੋ, ਸਾਨੂੰ ਇਹ ਵੀ ਸਮਝਣਾ ਪਊਗਾ। ਬਸ ਬਚਾਅ ਇੱਕੋ ਇੱਕ ਹੈ ਕਿ ਅਸੀਂ ਬਾਹਰ ਨਾ ਨਿਕਲੀਏ, ਅਸੀਂ ਜੋ ਡਾਕਟਰ ਸਾਨੂੰ ਹਦਾਇਤਾਂ ਦੇ ਰਹੇ ਨੇ ਉਹਨਾਂ ਦਾ ਪਾਲਣ ਕਰੀਏ, ਨਹੀਂ ਤਾਂ ਬਚਾਅ ਨਹੀਂ ਹੋ ਸਕਦਾ, ਹੈ ਨਾ। ਆ ਮੈਂ ਵੇਖ ਰਹੀ ਸੀ ਟਾਣਾ ਸਾਹਿਬ, ਵੀਡੀਓਜ਼ ਅੱਜ ਕੱਲ ਬੜੀਆਂ ਫੈਲਦੀਆਂ ਨੇ, ਬੀਬੀਆਂ ਜਿਹੜੀਆਂ ਉਹ ਇੱਕ ਥਾਂ ਤੇ ਦੀਵੇ ਲੈ ਕੇ ਤੁਰੀਆਂ ਹੋਈਆਂ ਸੀ ਵੀ ਅਸੀਂ ਕਰੋਨਾ ਜਿਹੜਾ ਉਹ ਏਦਾਂ ਹੀ ਸ਼ਾਂਤ ਕਰ ਲਵਾਂਗੇ। ਸਾਨੂੰ ਇਹ ਸਮਝਣਾ ਪਊਗਾ ਕਰੋਨਾ ਕੋਈ ਬੰਦਾ ਨਹੀਂ ਹੈਗਾ, ਕਰੋਨਾ ਵਾਇਰਸ ਹੈ, ਕਰੋਨਾ ਬਿਮਾਰੀ ਹੈ। ਇਸ ਤੋਂ ਬਚਣਾ ਜ਼ਰੂਰੀ। ਆਪਾਂ ਦੇਖ ਲਈ 400 ਬੱਕਰਿਆਂ ਦੀ, ਤਾੜੀਆਂ ਆਪਾਂ ਵਜਾ ਲੀਆਂ, ਥਾਲੀਆਂ ਆਪਾਂ ਖੜਕਾ ਲੀਆਂ, ਮੋਮਬੱਤੀਆਂ ਆਪਾਂ ਜਗਾ ਲੀਆਂ, ਨਾਰੇ ਆਪਾਂ ਲਾਲੇ ਗਲੀ ਦੇ ਵਿੱਚ ਖੜ ਕੇ, ਤੇ ਕਰੋਨਾ ਫੇਰ ਨਹੀਂ ਮੁੱਕਿਆ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਇਹੋ ਜਿਹਾ ਪਖੰਡ ਕੀਤਾ ਹੀ ਨਹੀਂ ਗਿਆ। ਸੋ ਸੋਚਣਾ ਵਿਚਾਰਨਾ ਬਣਦਾ ਕਿ ਅਸੀਂ ਪਖੰਡਾਂ ਦੇ ਵਿੱਚ ਕਿਵੇਂ ਜਕੜੇ ਹੋਏ ਆ। ਸਾਡੇ ਪਖੰਡਾਂ ਦੀ ਕੋਈ ਤੁਕ ਨਹੀਂ, ਅਸੀਂ ਬੇਵਕੂਫੀ ਵਾਲੀਆਂ ਗੱਲਾਂ ਕਰਦੇ ਆ, ਇਦਾਂ ਨਹੀਂ ਚਾਹੀਦਾ ਜੀ। ਤੇ ਆਪਾਂ ਹੁਣ ਫਿਲਹਾਲ ਫਿਰ ਚੱਲ ਗਏ ਜੀ, ਆਪਾਂ ਅੱਜ ਜਾਵਾਂਗੇ ਤਾਂ ਹੀ ਮੁੜ ਕੇ ਆਵਾਂਗੇ। ਹਾਂ, ਉਹ ਤਾਂ ਗੱਲ ਹੈ ਹੀ ਵੀ ਆਪਾਂ ਜੇਕਰ ਜਾਵਾਂਗੇ ਤਾਂ ਆਵਾਂਗੇ, ਆਪਾਂ ਆਏ ਵੀ ਸੀ ਤੇ ਗਏ ਨਹੀਂ। ਹੁਣ ਇਹ ਵੀ ਗੱਲ ਸੋਚਿਆ ਕਰੋ ਨਾ। ਬਿਲਕੁਲ ਸਹੀ ਗੱਲ ਹੈ। ਹਾਂ, ਤੁਸੀਂ ਮੈਨੂੰ ਮਿਹਣੇ ਐ ਮਾਰਦੇ ਜਿਵੇਂ ਜਹਾਜ਼ ਨੂੰ ਮੈਂ ਸੰਗਲ ਪਾਇਆ ਹੁੰਦਾ ਵੀ ਉੱਡੀ ਨਾ। ਤੁਹਾਨੂੰ ਚਾਹ ਚੜਿਆ ਸੀਗਾ ਨਿਊਜ਼ੀਲੈਂਡ ਜਾਵਾਂਗੇ। ਹਾਂ, ਤੇ ਮੈਂ ਇਹ
ਕਿਹਾ ਸੀ ਨਿਊਜ਼ੀਲੈਂਡ ਜਾਵਾਂਗੇ ਤੇ ਆਪਾਂ ਨਿਊਜ਼ੀਲੈਂਡ ਆ ਗਏ, ਤੁਸੀਂ ਕਿਹਾ ਹੀ ਨਹੀਂ ਵੀ ਆਪਾਂ ਭਾਰਤ ਵੀ ਵਾਪਸ ਜਾਵਾਂਗੇ। ਕਹੋ ਤੁਸੀਂ। ਚਲੋ ਵਧੀਆ ਹੋਇਆ ਜੀ, ਜਿੰਨਾ ਵੀ ਇੱਥੇ ਸਫ਼ਰ ਰਿਹਾ ਬਹੁਤ ਚੰਗੀਆਂ ਯਾਦਾਂ ਹਾਸਲ ਕੀਤੀਆਂ, ਬਹੁਤ ਭੈਣ ਭਰਾਵਾਂ ਨੂੰ ਮਿਲੇ, ਸਭ ਦੇ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਵਕਤ ਕੱਢਿਆ, ਸਾਡੇ ਲਈ ਇੰਨੀ ਖੇਚਲ ਕੀਤੀ ਵੀ ਜਿਹੜੀ ਸਾਡੀ ਸੋਚ ਤੋਂ ਵੱਡੀ ਆ। ਤੇ ਚੱਜ ਦਾ ਵਿਚਾਰ ਨੂੰ ਪਿਆਰ ਦੇਣ ਵਾਲੇ ਜਿੰਨੇ ਵੀ ਭੈਣਾਂ ਵੀਰ ਹਨ ਇੱਥੇ ਵਸਦੇ, ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ। ਬਿਲਕੁਲ। ਤੇ ਅਸੀਂ ਹੁਣ ਫਿਲਹਾਲ ਚੱਲਦੇ ਹਾਂ ਜੀ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।